बोले सोने हाल सास भी अकाल। ਅੱਜ ਅਸੀਂ ਗੱਲਬਾਤ ਕਰਾਂਗੇ ਸ਼ੁਰੂ ਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਨੈਨਾ ਕੌਰ ਹਾਜ਼ਰ ਹਾਂ ਤੁਹਾਡੀ ਆਪਣੀ ਦੋਸਤ ਡੇਲੀ ਟਾਕਸ ਦੇ ਵਿੱਚ ਇੱਕ ਨਵਾਂ ਪ੍ਰੋਗਰਾਮ ਲੈ ਕੇ। ਅੱਜ ਅਸੀਂ ਮੌਜੂਦ ਹਾਂ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ ਜੀ ਸਾਹਿਬ ਵਿਖੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ 1984 ਦੇ ਸਮੇਂ ਤੇ ਇਤਿਹਾਸਿਕ ਸਿੱਖ ਕਤਲੇਆਮ ਬਾਰੇ। 1984 ਸਿੱਖ ਇਤਿਹਾਸ ਦੇ ਵਿੱਚ ਇੱਕ ਕਾਲਾ ਧੱਬਾ ਜਿਹਨੂੰ ਯਾਦ ਕਰਕੇ ਸਾਡੀ ਰੂਹ ਕੰਬ ਜਾਂਦੀ ਹੈ। ਜਿਸ ਸਮੇਂ ਦੇ ਵਿੱਚ ਵੱਡੇ ਮਾਪਿਓ ਨੇ ਆਪਣੇ ਬੱਚੇ ਖੋਏ ਤੇ ਬੱਚਿਆਂ ਨੇ ਮਾਪਿਓ। ਤੇ ਚਲੋ ਅਸੀਂ ਗੱਲਬਾਤ ਕਰਾਂਗੇ ਅੱਜ ਦੀ ਸੰਗਤ ਦੇ ਨਾਲ ਇਸ ਟੌਪਿਕ ਬਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਨਾਮ? ਪ੍ਰਗਟ ਸਿੰਘ ਸੰਧੂ। ਅੱਜ ਅਸੀਂ ਗੱਲਬਾਤ ਕਰਾਂਗੇ 1984 ਬਾਰੇ ਤੇ ਤੁਸੀਂ 33 ਸਾਲ ਬੀਤ ਚੁੱਕੇ ਨੇ ਇਸ ਗੱਲ ਨੂੰ ਹੋਏ ਤੇ ਅੱਜ ਵੀ ਉਹ ਸਿੱਖ ਫੈਮਲੀਆਂ ਜਿਨ੍ਹਾਂ ਨੇ ਉਸ ਟਾਈਮ ਸਫਰ ਕੀਤਾ ਉਹਨਾਂ ਨੂੰ ਜਸਟਿਸ ਮਿਲਿਆ? ਨਹੀਂ, ਅਜੇ ਤੱਕ ਤੇ ਕੋਈ ਨਹੀਂ ਮਿਲਿਆ ਇਹਨਾਂ ਨੂੰ। ਜਦ ਤੁਸੀਂ 1984 ਦੇ ਬਾਰੇ ਯਾਦ ਕਰਦੇ ਹੋ ਤੇ ਤੁਹਾਨੂੰ ਕੀ ਯਾਦ ਆਉਂਦਾ ਹੈ? ਅਰੇ ਬੜਾ ਕੁਝ ਯਾਦ ਆਉਂਦਾ ਜੀ। ਉਹ ਸੀਨ ਦੇਖ ਕੇ ਤੇ ਦਿਲ ਕੰਬ ਜਾਂਦਾ ਹੈ। ਅਸੀਂ ਛੱਤ ਤੇ ਸੀ ਆਪਣੀ ਤੇ ਮਤਲਬ ਕਿ ਉਹ ਅੱਖਾਂ ਤੋਂ ਰੋਣ ਆ ਜਾਂਦਾ ਵੀ ਉਧਰ ਅੱਗ ਲੱਗ ਗਈ ਤੇ ਉਧਰ ਲੱਗ ਗਈ, ਉਧਰ ਧੂਆਂ ਆ ਗਿਆ, ਉਧਰ ਆ ਗਿਆ, ਵੀ ਹੁਣ ਵੀ ਬੰਦੇ ਸਾਨੂੰ ਕੋਈ ਮਾਰਨ ਵਾਸਤੇ ਆ ਰਹੇ ਨੇ। ਔਰ ਗਲੀਆਂ 'ਚ ਰੌਲਾ ਰੱਪਾ ਬੜਾ ਪੈ ਰਿਹਾ ਸੀ। ਉਹ ਤੇ ਬਾਬੇ ਦਾ ਹੀ ਬਸ ਆਸ਼ੀਰਵਾਦ ਰਿਹਾ ਜਿਨ੍ਹਾਂ ਨੇ ਸਾਨੂੰ ਬਚਾ ਲਿਆ, ਸ੍ਰੀ ਹਰਿਕ੍ਰਿਸ਼ਨ ਸਾਹਿਬ ਗੁਰੂ ਨਾਨਕ ਦੇਵ ਜੀ ਨੇ। ਨਹੀਂ ਤਾਂ ਸਾਡੇ ਬਚਨ ਦੇ ਕੋਈ ਲਾਲ ਨਹੀਂ ਸੀ। ਵੈਸੇ ਤੁਸੀਂ ਜਦ 1984 ਦੇ ਬਾਰੇ ਤੁਹਾਨੂੰ ਕੀ ਲੱਗਦਾ ਹੈ ਇਹ ਜੋ ਹੋਇਆ ਸਿੱਖ ਤੇ ਕਤਲੇਆਮ ਇਹਦਾ ਰੀਜ਼ਨ ਕੀ ਸੀ? ਰੀਜ਼ਨ ਦਾ ਇੰਨਾ ਲੰਮਾ ਤਾਂ ਖੈਰ ਸਾਨੂੰ ਪਤਾ ਨਹੀਂ ਹੈ। ਉਹ ਤਾਂ ਬੱਚੇ ਸੀ ਅਸੀਂ ਤੇ ਬਈ ਚਲੋ ਜਦੋਂ ਉਦੋਂ ਇੰਦਰਾ ਗਾਂਧੀ ਦੀ ਡੈਥ ਹੋਈ ਤੇ ਉਸ ਤੋਂ ਬਾਅਦ ਹੀ ਇਹ ਕੰਮ ਸ਼ੁਰੂ ਹੋਇਆ ਤੇ ਚੱਲਦਾ ਗਿਆ। 1984 ਬਾਰੇ ਕਈ ਮੂਵੀ ਆਈ, ਕਈ ਨੋਵਲਸ ਵੀ ਲਿਖੀ ਗਈਆਂ, ਬਟ ਇਹ ਸਭ ਦਾ ਗਵਰਨਮੈਂਟ ਨੇ ਅੱਗੇ ਕੀ ਸਟੈਪ ਲਿੱਤਾ? ਸਟੈਪ ਕੋਈ ਨਹੀਂ ਜੀ। ਸਟੈਪ ਕਈ ਸਰਕਾਰਾਂ ਆਈਆਂ, ਕਈ ਗਈਆਂ, ਬਸ ਸਟੈਪ ਉੱਥੇ ਦਾ ਉੱਥੇ ਹੀ ਹੈ। ਮੁਆਵਜ਼ਾ ਦੇ ਦਿੰਦੇ ਆ, ਬਾਕੀ ਚਲੋ ਸਜ਼ਾਵਾਂ ਤਾਂ ਅੱਜ ਤੱਕ ਮੇਰੇ ਕਿਸੇ ਨੂੰ ਦਿੱਤੀਆਂ ਨਹੀਂ ਗਈਆਂ ਇਹਨਾਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਕੀ ਨਾਮ? ਮੇਰਾ ਨਾਮ ਬਲਵਿੰਦਰ ਸਿੰਘ। ਤੇ ਤੁਹਾਡਾ ਸਰ? ਹਰਦੇਵ ਸਿੰਘ। ਮੈਂ ਤੁਹਾਡੇ ਤੋਂ ਤੁਸੀਂ ਜਦ ਅਸੀਂ 1984 ਸਿੱਖ ਕਤਲੇਆਮ ਦੇ ਬਾਰੇ ਜਦ ਅਸੀਂ ਯਾਦ ਕਰਨੇ ਹਾਂ, ਕਈ ਫੈਮਲੀਆਂ ਨੇ ਆਪਣੇ ਬੱਚੇ ਖੋਏ ਤੇ ਕਈ ਬੱਚਿਆਂ ਨੇ ਆਪਣੇ ਮਾਪਿਓ ਖੋਏ। ਇਤਨੀ ਫੈਮਲੀਆਂ ਨੇ ਇਤਨਾ ਕੁਝ ਸਫਰ ਕੀਤਾ 33 ਸਾਲ ਬੀਤ ਜਾਣੇ ਦੇ ਬਾਅਦ ਵੀ ਕਿ ਉਹਨਾਂ ਨੂੰ ਜਸਟਿਸ ਮਿਲਿਆ? ਕੀ ਕਹਿਣਾ ਤੁਹਾਨੂੰ ਇਸ ਬਾਰੇ? ਕੋਈ ਨਹੀਂ, ਕਦੀ ਜਸਟਿਸ ਨਹੀਂ ਮਿਲਿਆ ਤੇ ਨਾ ਹੀ ਅਸੀਂ ਉਮੀਦ ਰੱਖਦੇ ਹਾਂ ਕਿ ਇਹਨਾਂ ਜਿੰਨੀ ਵੀ ਸਰਕਾਰ ਆ ਰਹੀ ਹੈ ਨਾ ਹੀ ਉਮੀਦ ਰੱਖਦੇ ਹਾਂ ਕਿ ਇਹੋ ਜਿਹਾ ਜਸਟਿਸ ਮਿਲ ਸਕੇਗਾ। ਜੋ ਹਾਲਾਤ ਚੱਲ ਰਹੇ ਨੇ, ਜਿਸ ਤਰ੍ਹਾਂ ਸਿਸਟਮ ਚੱਲ ਰਿਹਾ, ਬਾਰ-ਬਾਰ ਇਨਕੁਆਇਰੀ ਕਮਿਸ਼ਨ ਇਹ ਉਹ ਚੱਲ ਕੇ ਬਾਵਜੂਦ ਸਭ ਨੂੰ ਦਬਾਇਆ ਜਾ ਰਿਹਾ। ਦਬਾਉਣ ਦੇ ਬਾਵਜੂਦ ਅੱਜ ਹਾਲਾਤ ਸਾਡੇ ਇਹੋ ਜਿਹੇ, ਬੱਚੇ ਸਾਡੇ ਮੈਂ ਸਮਝਦਾ ਜਿਹੜੇ ਵਿਧਵਾ ਹੋਈਆਂ ਬੀਬੀਆਂ ਜਾਂ ਹੋਰ ਜਿੰਨੇ ਵੀ ਇੰਨਾ ਬਰਬਾਦ ਹੋ ਗਿਆ ਉਹਨੂੰ ਅਸੀਂ ਰਿਕਵਰ ਨਹੀਂ ਕਰ ਸਕਦੇ। ਉਹ ਭੁੱਲਣ ਵਾਲੀ ਗੱਲ ਤਾਂ ਭਾਵੇਂ ਨਹੀਂ, ਸਾਨੂੰ ਸੁਪਨੇ 'ਚ ਨਹੀਂ ਭੁੱਲ ਸਕਦੇ, ਲੇਕਿਨ ਹਾਲਾਤ ਐਸੇ ਹੋ ਚੁੱਕੇ ਹਨ ਕਿ ਬਿਲਕੁਲ ਸਾਨੂੰ ਇਨਸਾਫ ਦੀ ਤਾਂ ਸੋਚ ਹੀ ਨਹੀਂ ਸਕਦੇ ਕਿ ਕਦੀ ਕੋਈ ਵੀ ਗੌਰਮੈਂਟ ਇਹੋ ਜਿਹੇ ਹਾਲਾਤ 'ਚ ਸਾਡੀ ਕੋਈ ਇਹੋ ਜਿਹੀ ਮਦਦ ਕਰ ਸਕੇ। ਤੁਹਾਡਾ ਕੀ ਕਹਿਣਾ ਹੈ? ਮੈਂ ਜ਼ਿਆਦਾ ਕੁਝ ਨਹੀਂ ਕਹਾਂਗਾ, ਇਹੋ ਹੀ ਕਹਿਣਾ ਚਾਹਾਂ ਜੋ ਬੀਤੇ ਹੈਗਾ ਸਮਾਂ ਉਸ ਦੌਰਾਨ ਉਹ ਬਹੁਤ ਹੀ ਮਤਲਬ ਕਿ ਇੱਕ ਦੁਰਭਾਗਿਆਪੂਰਨ ਰਿਹਾ ਹੈਗਾ। ਉਸ ਦੇ ਅੰਦਰ ਜੋ ਦੀ ਭਰਪਾਈ ਹੈ ਗੌਰਮੈਂਟ ਕਦੀ ਵੀ ਪੂਰੀ ਨਹੀਂ ਕਰ ਸਕਦੀ, ਚਾਹ ਕੇ ਵੀ ਕਦੀ ਨਹੀਂ ਪੂਰੀ ਕਰ ਸਕਦੀ। ਨਿਆਂ ਤਾਂ ਬੜੀ ਦੂਰ ਦੀ ਗੱਲ ਹੈ, ਉਹਨਾਂ ਦੀ ਜਿਹੜੀ ਮਾੜੀਆਂ ਮੋਟੀਆਂ ਮੰਗਾਂ ਹੋਣਗੀਆਂ ਉਹ ਵੀ ਨਹੀਂ ਪੂਰੀ ਕਰ ਸਕਦੀ। ਕਿਸੇ ਦੇ ਬੰਦੇ ਦੇਣੇ ਤੇ ਵਾਪਸੀ ਬਹੁਤ ਮੁਸ਼ਕਿਲ ਹੈਗੇ ਨੇ, ਉਹਨਾਂ ਦੇ ਬਦਲੇ ਉਹਨਾਂ ਦਾ ਜੋ ਥੋੜੀ ਜਿਹੀ ਡਿਮਾਂਡ ਹੋਏਗੀ ਉਹ ਵੀ ਨਹੀਂ ਪੂਰਾ ਕਰ ਪਾਉਂਦੀ। ਬਸ 1984 ਦੇ ਬਾਰੇ ਕਈ ਮੂਵੀ ਫਿਲਮਸ ਆਈ, ਕਈ ਨੋਵਲਸ ਲਿਖੀ ਗਈਆਂ ਕਿ ਜੋ ਲੋਕਾਂ ਨੇ ਜਿੰਨਾ ਸਫਰ ਕੀਤਾ ਉਹਨੂੰ ਦਰਸਾ ਸਕੇ ਸਾਡੀ ਆਡੀਅנס ਨੂੰ। ਬਟ ਉਹਦੇ ਬਾਅਦ ਵੀ ਇਤਨੀ ਮੂਵੀਆਂ ਦੇ ਬਾਅਦ, ਇਤਨੀ ਨੋਵਲਸ ਦੇ ਬਾਅਦ ਵੀ ਅੱਗੇ ਗਵਰਨਮੈਂਟ ਨੇ ਕੀ ਸਟੈਪ ਲਿੱਤੇ? ਗੌਰਮੈਂਟ ਪੋਲੀਟੀਕਲ ਸਿਸਟਮ ਸਾਡਾ ਇੰਨਾ ਖਰਾਬ ਹੈ
ਮੈਂ ਨਹੀਂ ਸਮਝਦਾ ਕਿ ਦੁਨੀਆ ਵਿੱਚ ਕੋਈ ਇਹੋ ਜਿਹਾ ਸਿਸਟਮ ਕਿਤੇ ਹੋਰ ਹੋਏਗਾ ਕਿ ਸਭ ਤੋਂ ਗੰਦਾ ਸਿਸਟਮ ਸਾਡੇ ਕੋਲ ਇੱਥੇ ਹੈ। ਉਹਨਾਂ ਨੂੰ ਸਿਰਫ ਵੋਟ ਚਾਹੀਦੀ ਹੈ। ਇਹ ਸਿੱਖ ਰਾਈਟਸ ਦੇ ਬਾਰੇ 'ਚ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਹਰ ਵਾਰੀ ਇਹੀ ਕਿਹਾ ਜਾਂਦਾ ਕਿ ਸਿੱਖਾਂ ਦੀ ਵੋਟ ਕਲੈਕਟ ਕਰਨ ਵਾਸਤੇ ਉਹ ਮੂਵ ਕਰਦੇ ਨੇ, ਲੇਕਿਨ ਉਸ ਤੋਂ ਬਾਅਦ ਸਭ ਭੁੱਲ ਜਾਂਦੇ ਨੇ। ਭਾਵੇਂ ਕੋਈ ਵੀ ਗੌਰਮੈਂਟ ਲਈ ਹੈ, ਭਾਵੇਂ ਕਾਂਗਰਸ ਹੋਵੇ, ਬੀਜੇਪੀ ਹੋਵੇ, ਕੋਈ ਵੀ ਗੌਰਮੈਂਟ ਹੈ, ਉਹ ਹਮੇਸ਼ਾ ਭੁੱਲ ਜਾਂਦੀ ਹੈ ਕਿ ਵੀ ਅਸੀਂ ਕੋਈ ਗੱਲ ਕਰਨੀ ਹੈ, ਜਸਟਿਸ ਕਰਨਾ ਹੈ। ਜਸਟਿਸ ਨੂੰ ਸਗੋਂ ਰੋਕਿਆ ਜਾ ਰਿਹਾ, ਹਰ ਜਗ੍ਹਾ ਤੇ ਰੋਕਿਆ ਜਾ ਰਿਹਾ, ਰੋਕ ਕੇ ਕਿ ਵੀ ਇਹਨਾਂ ਨੂੰ ਜਸਟਿਸ ਕਿਤੇ ਮਿਲ ਨਾ ਜਾਵੇ। ਇੰਨੀ ਮੂਵੀਆਂ ਦੇ ਬਾਅਦ ਵੀ ਸਰ ਕੋਈ ਸਟੈਪ ਨਹੀਂ ਲਿੱਤਾ ਗਿਆ, ਗਵਰਨਮੈਂਟ ਨੇ ਕੋਈ ਸਟੈਪ ਨਹੀਂ ਲਿੱਤਾ। ਤੁਹਾਡਾ ਕੀ ਕਹਿਣਾ ਹੈ ਇਹਦੇ ਉੱਤੇ? ਇਹ ਸਰਕਾਰ ਦੀ ਢਿੱਲ ਹੈਗੀ ਹੈ, ਹੋਰ ਕੁਝ ਨਹੀਂ ਹੈ। ਹਰ ਆਦਮੀ ਚਾਹੁੰਦਾ ਮੈਨੂੰ ਨਿਆਂ ਮਿਲੇ, ਲੇਕਿਨ ਅਗਰ ਉਹਨੂੰ ਵਕਤ ਤੋਂ ਬਾਅਦ ਨਿਆਂ ਮਿਲੇਗਾ ਤਾਂ ਉਹਦਾ ਕੋਈ ਫਾਇਦਾ ਨਹੀਂ ਹੁੰਦਾ। मतलब कि चाह के भी गवर्नमेंट कुछ नहीं करती हैगी। हर किसी ने एक दूसरे तो उम्मीद होती है, अगर फलाने आए ने आई है गवर्नमेंट आई है कि कुछ ना कुछ मतलब सिख फैमिली तो रिलेटेड भी बंदे आए ने, बड़ी उम्मीद रही उन्होंने कि सानू न्याय मिलेगा, लेकिन नहीं हो पाया। कुछ नहीं इस तरह कह सकते कि जिन्होंने ना बीत्या होया माड़ा काम होया हैगा वो अज खुश रहे ने, उन्होंने जो उन्होंने थोड़ा बहुत मिले। कुछ लोगों को जरूर जस्टिस मिला हैगा, लेकिन 100% असी नहीं कह सकते कि सब ठीक रहे। ਇਹੋ ਇਨਸੀਡੈਂਟ ਦੇ ਬਾਅਦ ਸਪੈਸ਼ਲ ਕਮੇਟੀ ਫਾਰਮ ਕੀਤੀ ਗਈ, ਫਿਰ ਵੀ ਅੱਜ ਵੀ ਅਕਿਊਜ਼ਡ ਖੁੱਲੇ ਘੁੰਮ ਰਹੇ ਨੇ, ਉਹਨਾਂ ਦੇ ਅਗੇਂਸਟ ਕੋਈ ਐਕਸ਼ਨ ਨਹੀਂ ਲਿੱਤਾ ਗਿਆ। ਪੋਲੀਟੀਕਲ ਪ੍ਰੋਟੈਕਸ਼ਨ ਹੈ ਉਹਨਾਂ ਨਾਲ, ਕਿਉਂਕਿ ਪੋਲੀਟੀਕਲ ਪ੍ਰੋਟੈਕਸ਼ਨ ਅਗਰ ਨਾ ਹੋਵੇ ਤਾਂ ਕਿਉਂਕਿ ਹਰ ਪਾਰਟੀ ਆਪਣੀ ਵੋਟ ਚਾਹੁੰਦੀ ਹੈ, ਕਿ ਜਿਹੜੇ ਵੀ ਬੰਦੇ ਇਹੋ ਜਿਹੇ ਬਦਮਾਸ਼ ਨੇ ਜਾਂ ਕੁਛ ਇਸ ਤਰ੍ਹਾਂ ਦੇ ਬੰਦੇ ਨੇ ਉਹਨਾਂ ਕੋਲ ਪਿੱਛੇ ਪੋਲੀਟੀਕਲ ਤੌਰ ਦੇ ਉੱਪਰ ਵੋਟ ਸੀਗੀਆਂ। ਵੋਟਸ ਦੀ ਰਾਜਨੀਤੀ ਜਦ ਤੱਕ ਇਹ ਰਹੇਗੀ, ਮੈਂ ਨਹੀਂ ਸਮਝਦਾ ਕਿ ਖਾਸ ਤੌਰ ਤੇ ਸਿੱਖਾਂ ਵਾਸਤੇ, ਕਿਉਂਕਿ ਸਾਡੀ ਵੋਟ ਸਿੱਖਾਂ ਦੀ ਬਹੁਤੀ ਨਹੀਂ 2% ਸਹੀ ਹੈਗੀ। 2% ਵੋਟ ਵਾਸਤੇ ਕੋਈ ਵੀ ਪੋਲੀਟੀਕਲ ਇਨਸਾਨੀਅਤ ਦਾ ਕੰਮ ਕਦੇ ਨਹੀਂ ਕਰੇਗੀ, ਕਿਉਂਕਿ ਇਹਦੇ ਵਾਸਤੇ ਉਹਨਾਂ ਦੀਆਂ ਵੋਟਾਂ ਜਾਂਦੀਆਂ ਨੇ। ਇਹ 2% ਦੀ ਕੋਈ ਕੇਅਰ ਨਹੀਂ ਕਰਦੇ, ਇਹ ਸਿਰਫ ਵੋਟਾਂ ਨੂੰ ਦੇਖਦੇ ਨੇ। ਕਿਉਂਕਿ ਅਸੀਂ ਖੁਦ ਸਫਰ ਕਰ ਰਹੇ ਹਾਂ, ਸਾਰਾ ਕੁਝ ਦੇਖਿਆ, ਅੱਖਾਂ ਨਾਲ ਦੇਖਿਆ। ਜਿਹੜੇ ਲੋਕ ਇਹ ਕਰਦੇ ਸਨ ਉਹ ਕਰਨ ਤੋਂ ਬਾਅਦ ਅੱਜ ਭਾਵੇਂ ਉਹ ਚੁੱਕ ਕੇ ਚੱਲਦੇ ਸਾਡੇ ਸਾਹਮਣੇ, ਲੇਕਿਨ ਸਾਨੂੰ ਪਤਾ ਹੈ ਅੰਦਰ ਉਹਨਾਂ ਦੇ ਕੀ ਹੈ, ਅੱਜ ਵੀ ਕੀ ਹੈ, ਸਾਰੇ ਸਾਹਮਣੇ ਇੰਨਾ ਕੁਝ ਹੋਇਆ ਹੈ। ਜਲਾ ਦਿੱਤਾ ਗਿਆ, ਬੰਦੇ ਜਲਾਏ ਗਏ, ਸਭ ਕੁਝ ਹੋਇਆ, ਲੇਕਿਨ ਉਹ ਬੰਦੇ ਦੇਖਦੇ ਨੇ, ਮੂੰਹ ਨੀਵਾਂ ਜ਼ਰੂਰ ਕਰ ਲੈਂਦੇ ਨੇ। ਲੇਕਿਨ ਗੱਲ ਹੈ ਕਿ ਗੌਰਮੈਂਟ ਤਾਂ ਨਹੀਂ, ਗੌਰਮੈਂਟ ਪ੍ਰੋਟੈਕਸ਼ਨ ਇੱਕ ਨਹੀਂ, ਕਈ ਕਮੇਟੀਆਂ ਬਣੀਆਂ, ਕਈ ਕਮਿਸ਼ਨ ਬਣੇ, ਸਭ ਨੂੰ ਕਮਿਸ਼ਨ ਨੂੰ ਇਹਨਾਂ ਨੇ ਕੂੜੇ ਵਿੱਚ ਪਾਤਾ। ਕਦੇ ਇਨਸਾਫ ਦੀ ਅਸੀਂ ਸੋਚ ਵੀ ਨਹੀਂ ਸਕਦੇ। ਕੋਈ ਹੋਰ ਕੰਟਰੀ, ਛੋਟੀ ਜਿਹੀ ਕੰਟਰੀ ਵੀ ਹੁੰਦੀ ਸ਼ਾਇਦ ਇਹ ਜਸਟਿਸ ਕਰਦੀ, ਲੇਕਿਨ ਸਾਡੀ ਕੰਟਰੀ 'ਚ ਜਿਹੜਾ ਪੋਲੀਟੀਕਲ ਸਿਸਟਮ ਇੰਨਾ ਖਰਾਬ ਹੈ, ਮੈਨੂੰ ਨਹੀਂ ਉਮੀਦ ਕਿ ਕੋਈ ਇਹੋ ਜਿਹਾ ਇਨਸਾਫ ਕਦੇ ਇਹ ਪਾਰਟੀਆਂ ਦਿਵਾ ਸਕਣ। ਜੇ ਦਿੱਲੀ ਦੇ ਵਿੱਚ ਇਤਨੀ ਮਾਈਨੋਰਿਟੀ ਕਮਿਊਨਿਟੀ ਹੈ, ਸਿੱਖੀ ਦੇ ਇਲਾਵਾ ਹੋਰ ਵੀ ਮਾਈਨੋਰਿਟੀ ਕਮਿਊਨਿਟੀ ਹੈ, ਕੀ ਉਹ ਸੇਫ ਹੈ ਦਿੱਲੀ ਦੇ ਵਿੱਚ? ਸੇਫ ਨੂੰ ਤਾਂ ਮਤਲਬ ਅਸੀਂ ਕੀ ਕਹਿ ਸਕਦੇ, ਮਤਲਬ ਕਿ ਮੈਂ ਇੱਕ ਤੇ ਸਭ ਤੋਂ ਪਹਿਲਾਂ ਇਹ ਚੀਜ਼, ਮੈਂ ਵੀ ਸਿੱਖ ਫੈਮਿਲੀ ਤੋਂ ਹੈਗਾ। ਇੱਕ ਤਾਂ ਸਾਡੀ ਜਿਹੜੀ ਸਿੱਖ ਫੈਮਿਲੀ ਜਿਹੜੀ ਮਤਲਬ ਸਿੱਖ ਕੌਮ ਹੈਗੀ ਹੈ, ਉਹ ਹੌਲੀ ਹੌਲੀ ਹੁਣ ਇੰਨੇ ਮਤਲਬ ਘਟਦੇ ਜਾ ਰਹੇ ਨੇ, ਮੋਨੇ ਹੁੰਦੇ ਜਾ ਰਹੇ ਨੇ। ਮਤਲਬ ਕਿ ਮੈਂ ਮਤਲਬ ਕਿ ਸੇਫ ਕੋਈ ਵੀ ਨਹੀਂ ਹੈ, ਮਤਲਬ ਲਗਭਗ ਦੇਖਿਆ ਜਾਏ ਤਾਂ। ਅਗਰ ਤੁਸੀਂ ਕਹਿੰਦੇ ਨਾ ਕਿ ਇਹ ਵਾਲੀ ਮਤਲਬ ਕਿ ਆਪਦੀ ਮੈਂ ਗੱਲ ਨੂੰ ਪ੍ਰੋਪਰ ਤਰੀਕੇ ਨਾਲ ਸਮਝ ਨਹੀਂ ਪਾਇਆ, ਜਿਸ ਤਰ੍ਹਾਂ ਕਿ ਆਪ ਕਹਿੰਦੇ ਕਿ ਮਤਲਬ ਸਿੱਖ ਕੌਮ ਸੇਫ ਹੈ। ਦਿੱਲੀ ਦੇ ਵਿੱਚ ਬਹੁਤ ਸਾਰੀ ਮਾਈਨੋਰਿਟੀ ਕਮਿਊਨਿਟੀ ਹੈ, ਸਪੈਸ਼ਲ ਕਮੇਟੀਜ਼ ਫਾਰਮ ਕੀਤੀ ਜਾਂਦੀ ਹੈ ਮਾਈਨੋਰਿਟੀ ਨੂੰ ਪ੍ਰੋਟੈਕਟ ਕਰਨ ਲਈ। ਸਿੱਖੀ ਦੇ ਇਲਾਵਾ ਹੋਰ ਵੀ ਮਾਈਨੋਰਿਟੀ ਕਮਿਊਨਿਟੀ ਕੀ ਦਿੱਲੀ ਦੇ ਵਿੱਚ ਸੇਫ ਹੈ? ਮਤਲਬ ਦੂਸਰੀਆਂ ਕੌਮਸ ਵਗੈਰਾ, ਸਿੱਖ ਤੇ ਦੂਸਰੀ ਕੌਮ, ਦਿੱਲੀ ਦੇ ਵਿੱਚ ਇੱਕ ਇਨਸਾਨ ਦੀ ਵੈਲਿਊ ਹੁੰਦੀ ਹੈ। ਦਿੱਲੀ ਦੇ ਵਿੱਚ ਸਿੱਖਾਂ ਦੇ ਨਾਲ ਨਾਲ ਕੋਈ ਹੋਰ ਕਮਿਊਨਿਟੀ ਵੀ ਸੇਫ ਹੈ? ਕਿਉਂਕਿ ਹੋਰ ਕਮਿਟੀਜ਼ ਦਾ ਮੈਂ ਇਹ ਸਮਝਣਾ ਕਿ ਕੁਝ ਸੇਫਟੀ ਹੋ ਸਕਦੀ ਹੈ, ਕਿਉਂਕਿ ਹਰ ਬੰਦਾ ਚੁੱਪ ਕਰ ਜਾਂਦਾ ਹੈ। ਸਿੱਖੀਜ਼ਮ ਵਿੱਚ ਸਾਡੇ ਗੁਰੂ ਸਾਹਿਬਾਨ ਨੇ ਇਹੋ ਜਿਹਾ ਨਾਅਰਾ ਦਿੱਤਾ ਹੈ ਕਿ ਹਰ ਇੱਕ ਦੀ ਸੇਵਾ ਕਰਨੀ ਹੈ, ਹਰ ਇੱਕ ਦੀ ਮਜ਼ਲੂਮ ਦੀ ਸੇਵਾ ਕਰਨੀ ਹੈ। ਜਦ ਇੱਕ ਸਿੱਖ ਮਜ਼ਲੂਮ ਦੀ ਸੇਵਾ ਕਰਨ ਵਾਸਤੇ ਉੱਠਦਾ ਹੈ, ਇਹ ਹੁਣੇ ਲੇਟੈਸਟ ਗੁਰਪ੍ਰੀਤ ਸਿੰਘ ਦਾ ਸਾਕਾ ਦੇਖ ਲਓ, ਸਫਦਰਜੰਗ ਜਿਹੜਾ, ਉਹ ਕੀ ਹੋਇਆ, ਉਹਨੇ ਇੱਕ ਕੁਛ ਨਹੀਂ ਕਿਹਾ, ਉਹ ਸਿਰਫ ਲੋਕਾਂ ਦੀ ਸੇਵਾ ਕਰਨ ਜਾ ਰਿਹਾ। ਉਹ ਹਰ ਬੰਦਾ ਇਹ ਦੇਖਦਾ ਕਿ ਇਹ ਸਿੱਖ ਅੱਗੇ ਕਿਉਂ ਨਿਕਲ ਕੇ ਜਾ ਰਿਹਾ, ਇਹ ਸੇਵਾ ਲੋਕਾਂ ਦੀ ਕਿਉਂ ਕਰ ਰਿਹਾ, ਕਿਉਂਕਿ ਇਹ ਫੇਮ ਹੋ ਜਾਏਗਾ, ਨੇਮ ਐਂਡ ਫੇਮ ਸਿੱਖਾਂ ਦਾ ਹੋ ਜਾਏਗਾ। ਉਹ ਲੋਕੀ ਬਰਦਾਸ਼ਤ ਨਹੀਂ ਕਰ ਪਾਉਂਦੇ, ਕਿਉਂਕਿ ਸਿੱਖ ਸਾਨੂੰ ਬਾਬੇ ਦੀ ਬਾਣੀ ਇੰਨੀ ਵਾਰੀ ਦਿੱਤੀ ਹੈ, ਹਿਊਮੈਨਿਟੀ ਦੀ ਸੇਵਾ ਕਰਨੀ, ਹਰ ਬੰਦੇ ਦੀ ਸੇਵਾ ਕਰਨੀ ਹੈ, ਛੋਟਾ ਹੋਵੇ ਵੱਡਾ ਹੋਵੇ, ਉਹਦੀ ਸੇਵਾ ਕਰਨੀ ਹੈ। ਗੁਰਦੁਆਰਾ ਸਾਹਿਬ ਦੇਖ ਲਓ, ਕਿਸੇ ਨੂੰ ਰੋਕਿਆ ਨਹੀਂ ਜਾਂਦਾ, ਕਿਸੇ ਨੇ ਕੋਈ ਪਾਰਸ਼ੈਲਿਟੀ ਨਹੀਂ ਹੈ, ਲੰਗਰ ਬਰਾਬਰ ਹੈ, ਸੇਵਾ ਬਰਾਬਰ ਹੈ। ਇਹ ਕੁਝ ਲੋਕ ਇਹੋ ਜਿਹੇ ਨੇ ਕਿ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੇ, ਉਹ ਅੱਗੇ ਜਾ ਕੇ ਅੱਗ ਲਾਉਂਦੇ ਨੇ। ਅੱਗ ਲਾਉਣ ਤੋਂ ਬਾਅਦ ਤੁਸੀਂ ਹਾਲਾਤ ਦੇਖ ਲਓ ਕੀ ਹੁੰਦਾ। ਜਿਹੜੇ ਵੀ ਉਹਨਾਂ ਨੂੰ ਮੌਕਾ ਮਿਲਿਆ, ਉਹ ਖਾਸ ਤੌਰ ਤੇ ਇਹੋ ਜਿਹੇ ਬੰਦੇ ਨੂੰ ਫੜਦੇ ਨੇ ਕਿ ਇਹਨੂੰ ਦਬਾ ਦਿੱਤਾ ਜਾਏ, ਇਹ ਅੱਗੇ ਨਾ ਬੋਲੇ। ਤੁਹਾਡੇ ਕੀ ਵਿਊਜ਼ ਨੇ ਸਰ?
मैं कुछ समझ नहीं पाया, मैं सॉरी, मैंने इस बारे नहीं पता। ਸਾਡੀ ਇਹ ਵਾਲੀ ਜਨਰੇਸ਼ਨ, ਸਾਡੀ ਯੂਥ ਜਨਰੇਸ਼ਨ ਜਬ 1984 ਦੇ ਬਾਰੇ ਸੁਣਦੀ ਹੈ ਤੇ ਉਹਨੂੰ ਕੀ, ਉਸ ਤੋਂ ਕੀ ਸਿੱਖਿਆ ਲੈਂਦੀ ਹੈ? ਅੱਜ ਜਨਰੇਸ਼ਨ, ਨਵੀਂ ਜਨਰੇਸ਼ਨ ਕੋਲ ਸਾਡੇ ਕੋਲ ਟਾਈਮ ਨਹੀਂ ਹੈ, ਸਾਫ਼ ਜਿਹੜੀ ਗੱਲ ਹੈ। ਸਾਡਾ ਪ੍ਰਚਾਰ ਸਿਸਟਮ ਭਾਵੇਂ ਬਹੁਤ ਸਿਸਟਮ ਵਧੀਆ ਹੈ, ਉਹਦੇ ਬਾਵਜੂਦ ਨਵੀਂ ਜਨਰੇਸ਼ਨ ਕੋਲ ਟਾਈਮ ਨਹੀਂ ਹੈ। ਹਰ ਬੰਦਾ ਰੋਜੀ ਰੋਟੀ ਦੇ ਵਿੱਚ ਲੱਗਿਆ ਹੈ। ਨਾ ਹੀ ਸਾਡੇ ਮਾਪਿਓ, ਅਸੀਂ ਲੋਕਾਂ ਨੇ ਮਾਪਿਓ ਨੂੰ ਬਹੁਤਾ ਚੀਜ਼ ਲਗਾਉਣ ਉਹਨੂੰ ਸਮਝਾ ਸਕੇ ਹਾਂ। ਜਿੰਨਾ ਵੀ ਇਹ ਕੋਸ਼ਿਸ਼ ਅਜੇ ਵੀ ਪੂਰੀ ਹੈ। ਮੈਂ ਸਮਝਦਾ ਪ੍ਰਚਾਰ ਦੀ ਵੀ ਕੋਈ ਕਮੀ ਨਹੀਂ, ਹਰ ਜਗ੍ਹਾ ਤੇ ਪ੍ਰਚਾਰ ਵੀ ਹੋ ਰਿਹਾ, ਲੇਕਿਨ ਨਵੀਂ ਜਨਰੇਸ਼ਨ ਕੋਲ ਅੱਜ ਟਾਈਮ ਨਹੀਂ ਹੈ ਕਿ ਉਸ ਲੈਵਲ ਦੀ ਗੱਲ ਕਰ ਸਕਣ ਜਿਹੜੀ ਲੈਵਲ ਤੇ ਅਸੀਂ ਲੋਕ ਬਚਪਨ 'ਚ ਕਰਦੇ ਸਾਂ। ਉਹ ਸਮਾਂ ਨਾ ਹੋਣ ਕਰਕੇ, ਕੋਈ ਸਿਸਟਮ ਕਰਕੇ, ਸਾਡੀ ਆਪਣੀ ਪੋਲਿਟਿਕਸ ਖਰਾਬ ਹੋਣ ਕਰਕੇ ਹਰ ਬੱਚਾ ਜਿਹੜਾ ਅੱਜ ਇਸ ਸਾਈਡ ਤੋਂ ਦੂਰ ਜਾਣਾ ਚਾਹੁੰਦਾ ਕਿ ਵੀ ਇਹਨਾਂ ਦੇ ਨੇੜੇ ਨਾ ਆਓ। ਗੁਰਦੁਆਰਾ ਸਾਹਿਬ ਹੀ ਆਉਂਦੇ ਨੇ ਸਿਰਫ ਮੱਥਾ ਟੇਕ ਕੇ ਦੌੜਨ ਵਾਲੀ ਗੱਲ ਹੈ, ਬੈਠ ਕੇ ਸੁਣਨ ਵਾਲੀ ਗੱਲ ਮੈਂ ਸਮਝਦਾ ਅੱਜ ਵੀ ਜਨਰਲ ਸਾਡੀ ਨਿਊ ਜਨਰੇਸ਼ਨ ਜਿਹੜੀ ਹੈ ਉਹ ਤਿਆਰ ਨਹੀਂ ਹੈ। ਉਹਨਾਂ ਨੂੰ ਕੋਈ ਨਾ ਕੋਈ ਹੋਰ ਤਰੀਕੇ ਕੱਢਣੇ ਪੈਣੇ ਆ। ਜਿਵੇਂ ਤੁਸੀਂ ਇਹ ਬੜਾ ਸੋਹਣਾ ਕੰਮ ਕਰ ਰਹੇ ਹੋ, ਮਲਟੀਮੀਡੀਆ ਦਾ ਜ਼ਮਾਨਾ ਹੈ, ਇਸ ਜ਼ਮਾਨੇ ਨਾਲ ਕੋਈ ਨਾ ਕੁਝ ਲੱਗ ਸਕੇਗਾ, ਲੇਕਿਨ ਇਹਨਾਂ ਕਮੇਟੀਆਂ ਤੋਂ, ਪੋਲੀਟਿਕਸ ਪਾਰਟੀਆਂ ਤੋਂ ਅਸੀਂ ਉਮੀਦ ਨਹੀਂ ਲਗਾਉਂਦੇ ਕਿ ਵੀ ਉਹ ਇਸ ਤਰ੍ਹਾਂ ਸੇਫਟੀ 'ਚ ਇਹ ਚੱਲ ਸਕਣ। ਧੰਨਵਾਦ ਤੁਹਾਡਾ। ਸਾਡੇ ਨਾਲ ਇੱਕ ਹੋਰ ਸੰਗਤ ਹੈ, ਤੁਹਾਡਾ ਨਾਮ? ਜਸਵੰਤ ਸਿੰਘ। ਜਸਵੰਤ ਸਿੰਘ ਜੀ, ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗੀ ਕਿ ਜਦ 1984 ਦੇ ਬਾਰੇ ਜੋ ਹਾਲ ਹੋਇਆ, ਅੱਜ ਤੱਕ ਅਸੀਂ ਉਹ ਭੁੱਲ ਨਹੀਂ ਪਾਏ ਹਾਂ। ਜਦ ਤੁਸੀਂ ਨਾ ਸੁਣਦੇ ਹੋ ਤਾਂ ਤੁਹਾਨੂੰ ਕੀ ਫੀਲ ਹੁੰਦਾ ਹੈ, ਕੀ ਯਾਦ ਆਉਂਦਾ ਹੈ? ਐਕਚੁਅਲੀ ਮੈਂ ਉਸ ਟਾਈਮ ਔਨ ਐਵਰੇਜ 26 ਸਾਲ ਦੀ ਸੀ, ਮੇਰੀ ਏਜ ਸੀਗਾ ਜਿਸ ਟਾਈਮ ਮੈਂ 84 ਭੁਗਤਿਆ। ਪਰ ਸਾਨੂੰ ਮਤਲਬ ਉਹ ਮੇਰੇ ਮਾਪਿਓ ਕਹਿੰਦੇ ਸੀ, ਕਹਿੰਦੇ ਇਹ ਸਾਕਾ ਪਹਿਲੇ ਪਾਕਿਸਤਾਨ ਜਦੋਂ ਵੱਖਰਾ ਹੋਇਆ ਤਾਂ ਹੋਇਆ, ਹੁਣ ਇਹ ਦੁਬਾਰਾ ਹੋਇਆ। ਪਰ ਦੁਬਾਰਾ ਜਿਹੜਾ ਹੋਇਆ ਨਾ, ਇਹ ਇੱਕ ਨਸਲਕੁਸ਼ੀ ਸੀ, ਇੱਕ ਮਤਲਬ ਪ੍ਰੋਪਰ ਪ੍ਰੋਗਰਾਮ ਬਣਾਇਆ ਗਿਆ ਕਿ ਸਿੱਖਾਂ ਨੂੰ ਖਤਮ ਕਰਤਾ ਜਾਏ। ਹਾਲਾਂਕਿ ਸਿੱਖ ਖਤਮ ਨਹੀਂ ਹੁੰਦੇ, ਇਹ ਮੁਗਲਾਂ ਟਾਈਮ ਤੇ ਹੋਇਆ ਕਿ 2 ਸਿੱਖਾਂ ਨੇ ਫਿਰ ਰਾਜ ਸ਼ੁਰੂ ਕਰਤਾ ਸੀ। ਪਰ ਕੋਸ਼ਿਸ਼ ਜਿਹੜੀ ਗਵਰਨਮੈਂਟ ਦੀ ਹੈ ਟਾਈਮ ਟੂ ਟਾਈਮ ਹੁੰਦੀ ਰਹਿੰਦੀ ਹੈ, ਪਹਿਲੇ ਵੀ ਹੁੰਦੀ ਰਹੀ, 84 'ਚ ਵੀ ਹੋਈ, ਉਸ ਤੋਂ ਬਾਅਦ ਅੱਜ ਵੀ ਹੋ ਰਹੀ ਹੈ। ਅੱਜ ਵੀ ਟਾਈਮ ਹੋ ਰਿਹਾ ਹੈ ਕਿ ਮਤਲਬ ਦੂਸਰੇ ਸੰਸਥਾਵਾਂ ਜਿਹੜੀਆਂ ਇਕੱਠੀਆਂ ਹੋ ਰਹੀਆਂ, ਅੰਦਰੋਂ ਖਾਤੇ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਹ ਗੁਰੂ ਦਾ ਘਰ ਹੈ, ਅਜੇ ਵੀ ਮਤਲਬ ਉਹਦੀ ਮਿਹਰ ਹੈ ਇਸ ਕੌਮ ਦੇ ਉੱਤੇ, ਸਿੱਖਾਂ ਦੇ ਉੱਤੇ, ਕਿ ਜਿਹੜੇ ਮਤਲਬ ਜੁੜੇ ਹੋਏ ਆ ਪਰਮਾਤਮਾ ਨਾਲ। ਸ਼ਾਇਦ ਉਸ ਕਰਕੇ ਹੀ ਅਜੇ ਅਸੀਂ ਮਤਲਬ ਸਕਸੈਸ ਹੋ ਰਹੇ ਹਾਂ ਕਿ ਅਜੇ ਕੋਈ ਸਾਨੂੰ ਮਿਟਾ ਨਹੀਂ ਪਾ ਰਿਹਾ। ਟਾਈਮ ਦੀ ਗੱਲ ਹੈ। ਬਾਕੀ ਇਹ 84 ਦਾ ਅੱਜ ਵੀ ਜਿਹੜਾ ਜਿਨ੍ਹਾਂ ਨੇ ਨਿਪਟਿਆ, ਮੇਰੇ ਵਰਗੇ ਨਿਪਟਿਆ, ਅੱਜ ਵੀ ਉਹ ਰੂਹ ਕੰਬ ਜਾਂਦੀ ਹੈ ਕਿ ਦੇਖ ਕੇ ਕਿ ਸਾਡੇ ਘਰ ਦੇ ਕੁਝ ਬੰਦਿਆਂ ਨੂੰ ਨਰੇਲਾ 'ਚ ਮੇਰੇ ਫਾਦਰ ਸੀ, ਮੇਰੇ ਫਾਦਰ ਸਾਹਮਣੇ ਇੱਕ ਬੰਦੇ ਨੂੰ, ਸਬਜ਼ੀ ਵਾਲੇ ਨੂੰ ਕੱਟ ਕੇ ਟੁਕੜੇ ਕਰਕੇ ਕੁੱਤਿਆਂ ਕੇ ਪਾਤਾ ਕੀਤਾ ਗਿਆ। ਤੇ ਮਤਲਬ ਉਸ ਬੰਦੇ, ਮੇਰੇ ਫਾਦਰ ਨੇ ਦੇਖਿਆ। ਉਸ ਤੋਂ ਬਾਅਦ ਮੇਰੇ ਸਾਹਮਣੇ ਮੇਰੇ ਮਾਤਾ ਜੀ ਆਪਣਾ ਪਹਾੜਗੰਜ ਤੋਂ ਨਰੇਲਾ ਸਟੇਸ਼ਨ ਤੱਕ ਮੇਰੇ ਫਾਦਰ ਹੁੰਦੇ ਸੀ, ਉਹਨਾਂ ਦੇਖਣ ਗਏ, ਰਸਤੇ 'ਚ ਅੱਧ ਜਲੇ ਸ਼ਰੀਰ ਪਏ, ਟਾਇਰਾਂ ਉਹਦੇ ਲਪੇਟ ਕੇ ਉਹਨਾਂ ਨੂੰ ਸਾੜਿਆ ਗਿਆ। ਮੇਰੇ ਆਪਣੇ ਘਰ ਦੇ ਕਈ ਬੰਦੇ ਜਿਹੜੇ ਆ ਉਹਨਾਂ ਡੈਥ ਹੋ ਗਈ, ਕਿਸੇ ਨੇ ਕੋਈ ਖਬਰ ਨਹੀਂ ਲਈ, ਬਸ ਉਹ ਇੱਕ ਫਾਰਮੈਲਿਟੀਆਂ ਹੋ ਗਈਆਂ ਜੀ, ਹੁਣ ਇਹਨਾਂ ਨੂੰ ਇੰਨੇ ਪੈਸੇ ਦੇ ਦਿਓ, ਹੁਣ ਕੋਈ ਮਤਲਬ ਉਸ ਜ਼ਖਮਾਂ ਨੂੰ ਸਿਰਫ ਹਰਾ ਕੀਤਾ ਜਾਂਦਾ ਹੈ, ਅਦਰਵਾਈਜ਼ ਉਹ ਕਮੀ ਕੋਈ ਨਹੀਂ ਪੂਰੀ ਕਰ ਸਕਦਾ। ਅੱਜ ਵੀ ਬੰਦੇ ਮਰ ਗਏ ਹੈ, ਸਭ ਕੁਝ ਹੋ ਗਿਆ, ਪਰ ਜਿਹੜੇ ਬੰਦੇ ਮਰ ਗਏ, ਜਿਹਨਾਂ ਘਰੋਂ ਖਤਮ ਹੋ ਗਿਆ, ਉਹਨਾਂ ਨੂੰ ਜਾ ਕੇ ਪੁੱਛੋ ਕੀ ਹਾਲਾਤ ਹੋਏ, ਕਿਸ ਤਰ੍ਹਾਂ ਮਾਰੇ ਗਏ। ਘਰੋਂ ਕੱਢ ਕੇ ਬੰਦੇ ਇੱਕ ਘਰ ਦੇ ਉੱਤੇ 200 ਬੰਦੇ ਨੇ ਅਟੈਕ ਕਰ ਦਿੱਤਾ। ਉੱਥੋਂ ਜੋ ਮਿਲਿਆ ਘਿਓ ਪਾ ਕੇ, ਉਹਨਾਂ ਤੇਲ ਪਾ ਕੇ, ਟਾਇਰਾਂ ਗਲਾਂ ਟਾਇਰ ਪਾ ਕੇ ਸਾੜ ਦਿੱਤੇ ਗਏ ਬੰਦੇ। ਅਸੀਂ ਉਸ ਮੰਜ਼ਰ ਨੂੰ ਦੇਖਿਆ, ਆਪ ਨਵੀਂ ਪਨੀਰੀ ਨੇ ਨਹੀਂ ਦੇਖਿਆ। ਉਹਨਾਂ ਨੂੰ ਅਸੀਂ ਕਹਿੰਦੇ ਹਾਂ ਉਹ ਦੁਖੀ ਹੁੰਦੇ ਆ ਕਿ ਸਾਡੇ ਨਾਲ ਇਹ ਹੋਇਆ, ਬਟ ਉਹਨਾਂ ਨੇ ਭੁਗਤਿਆ ਨਹੀਂ ਹੈ, ਇਸ ਵਾਸਤੇ ਉਹਨਾਂ ਨੂੰ ਇੰਨਾ ਦੁੱਖ ਨਹੀਂ ਹੋਇਆ ਜੋ ਸਾਨੂੰ ਦੇਖਣ ਵਾਲੇ ਦੁੱਖ ਹੋਇਆ। ਮੈਂ ਸੁਣ ਕੇ ਬੜਾ ਬੁਰਾ ਲੱਗਿਆ। ਨਵੀਂ ਪਨੀਰੀ ਇਸ ਤੋਂ ਕੀ ਸਿੱਖਿਆ ਲੈਂਦੀ ਹੈ? ਪਨੀਰੀ ਸਿੱਖਿਆ ਕੀ ਲੈ, ਪਨੀਰੀ ਸਿੱਖਿਆ ਤਾਂ ਲਏਗੀ ਜੇ ਉਹਨੇ, ਦੇਖੋ ਜਿਹਨੇ ਹੰਡਾਇਆ ਹੋਵੇ ਉਹਨੂੰ ਪਤਾ ਲੱਗਦਾ ਹੈ। ਹਾਂ, ਸਿੱਖਿਆ ਇਹੀ ਹੈ ਕਿ ਤੁਸੀਂ ਸਿੱਖੀ ਵੱਲ ਵਧੋ, ਸਿੱਖੀ ਨੂੰ ਜੋੜੋ, ਤਾਂ ਕਿ ਇਹ ਜਿਹੜੀਆਂ ਤਾਕਤਾਂ ਟਾਈਮ ਬੇ ਟਾਈਮ, ਉਹ ਅੱਜ ਪਹਿਲੀ ਵਾਰ ਨਹੀਂ ਹੋਇਆ। ਵੱਡਾ ਗੱਲੂਗਾਰਾ, ਛੋਟਾ ਗੱਲੂਗਾਰਾ, ਸਾਕਾ ਨੀਲਾ ਤਾਰਾ, ਉਸ ਤੋਂ ਬਾਅਦ ਕਈ ਇਸ ਤਰ੍ਹਾਂ ਹੁੰਦੇ ਰਹੇ, ਜਿਸ ਤਰ੍ਹਾਂ ਟਾਈਮ ਤੇ ਸਾਡੇ ਨਾਲ ਇਹ ਧੱਕੇ ਹੁੰਦੇ ਰਹੇ ਹੈ। ਪਰ ਜੇ ਅੱਜ ਵੀ ਪਨੀਰੀ ਸਾਡੀ ਜਿਹੜੀ ਨਵੀਂ ਹੈ, ਸਾਡੀ ਨਵੀਂ ਜਨਰੇਸ਼ਨ ਹੈ, ਗੁਰੂ ਨਾਲ ਜੁੜ ਕੇ ਆਪਣੀ ਕੌਮ ਨੂੰ ਇਕੱਠਾ ਨਹੀਂ ਕਰ ਸਕਦੀ, ਤਾਂ ਫਿਰ ਕੋਈ ਦੁਬਾਰਾ ਫਿਰ ਕਦੀ ਵੀ ਹੋ ਸਕਦਾ। ਤੇ ਉਹਨਾਂ ਨੂੰ ਪ੍ਰੀਪੇਅਰ ਹੋਣਾ ਚਾਹੀਦਾ ਕਿ ਮਤਲਬ ਇਹ ਦੁਬਾਰਾ ਵੀ ਹੋ ਸਕਦਾ, ਕਿਉਂਕਿ ਜੋ ਹਾਲਾਤ ਹੈ ਉਹ ਕਦੀ ਨਹੀਂ ਵਿਕਣਗੇ। ਇਹ ਇਤਿਹਾਸ ਵਾਰ-ਵਾਰ ਪਲਟ ਕੇ ਆ ਹੀ ਜਾ ਰਿਹਾ, ਕਿਉਂ ਅੱਜ ਪਹਿਲੀ ਵਾਰ ਨਹੀਂ ਆ ਰਿਹਾ। ਮੰਨੂ ਦੇ ਟਾਈਮ ਤੇ ਸੀਗਾ, ਵੀਰ ਮੰਨੂ ਟਾਈਮ ਤੇ ਬੱਚਿਆਂ ਨੂੰ ਟੋਟੇ ਮਾਤਾ ਗਲੇ ਹਾਰ ਪਵਾ ਦਿੱਤੇ ਗਏ। ਉਸ ਤੋਂ ਬਾਅਦ ਸਾਕਾ ਨੀਲਾ ਤਾਰਾ ਆਇਆ, ਉਸ ਤੋਂ ਬਾਅਦ ਵੱਡਾ ਗੱਲੂਕਾਰਾ, ਕਈ ਮਤਲਬ ਇਸ ਤਰ੍ਹਾਂ ਸਾਡੇ ਨਾਲ ਨਸਲਕੁਸ਼ੀਆਂ ਹੋ ਚੁੱਕੀਆਂ। ਕੋਈ ਪਹਿਲੀ ਵਾਰ ਨਹੀਂ ਸੀ, ਪਹਿਲੇ ਹੁੰਦੀਆਂ ਆਈਆਂ ਔਰ ਅੱਗੇ ਵੀ ਹੋਣਗੀਆਂ ਜੇ ਅਸੀਂ ਅਜੇ ਵੀ ਸੁਚੇਤ ਨਾ ਹੋਏ ਤਾਂ।
ਤੇ ਸਾਨੂੰ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਗੁਰੂ ਨਾਲ ਜੁੜੀਏ। ਅਸੀਂ ਆਪਣੇ ਜਿਹੜੇ ਸਾਡੇ ਕਮਿਊਨੀਕੇਸ਼ਨ ਗੈਪ ਹੋ ਚੁੱਕੇ ਆ, ਈਵਨ ਮਾਂ-ਬਾਪ ਦੇ ਵਿੱਚ ਬੱਚਿਆਂ ਨਾਲ ਜਿਹੜੇ ਗੈਪ ਵੱਜ ਚੁੱਕਿਆ ਕਿ ਉਹ ਆਪਣੇ ਬੱਚਿਆਂ ਨੂੰ ਕਮਿਊਨੀਕੇਟਡ ਸਮਝਾ ਨਹੀਂ ਸਕਦੇ ਕਿ ਅਸੀਂ ਕੌਣ ਹਾਂ, ਕਿੱਥੋਂ ਆਇਆ, ਸਾਡੀ ਹੈ ਕੀ ਹੈ। ਗਲਤੀ ਸਾਡੀ ਵੀ ਹੈ ਕਿ ਅਸੀਂ ਬੱਚਿਆਂ ਨੂੰ ਸਮਝਾ ਨਹੀਂ ਪਾ ਰਹੇ। ਬੱਚਿਆਂ ਨੂੰ ਸਮਝਾਉਣਾ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਗਾਈਡ ਕਰਨ, ਗੁਰੂ ਨਾਲ ਜੋੜਨ। ਮੈਂ ਅੱਜ ਦੀ ਡੇਟ ਕਰਾਂਗੇ, ਇੱਕ ਮਾਂ ਬੈਠ ਕੇ ਰਾਤ ਨੂੰ ਅਗਰ ਇੱਕ ਸਾਖੀ ਸੁਣਾਇਆ ਬੱਚਿਆਂ ਨੂੰ ਗੁਰੂ ਦੀ, ਤੇ ਸ਼ਾਇਦ ਉਹਦੇ ਨਾਲ ਬਹੁਤ ਫਰਕ ਪੈ ਜਾਏ। ਪਰ ਬੱਚੇ ਸੁਣਨਾ ਹੀ ਨਹੀਂ ਚਾਹੁੰਦੇ। ਅਗਰ ਬੱਚੇ ਸੁਣਨਾ ਚਾਹਣ, ਉਹਨਾਂ ਦੇ ਮਾਪੇ ਜ਼ਰੂਰ ਸੁਣਾਉਣਗੇ ਤੇ ਅੱਗੇ ਵਧੇਗਾ। ਧੰਨਵਾਦ ਬਹੁਤ ਬਹੁਤ। ਅੱਛਾ ਕਿ ਇੱਕ ਇਹ ਪਹਿਲੀ ਵਾਰ ਨਹੀਂ ਹੋਇਆ ਸੀ, ਪਹਿਲੇ ਵੀ ਹੋ ਚੁੱਕਿਆ ਸੀ ਤੇ ਅੱਜ ਦੀ ਡੇਟ ਵਿੱਚ ਮਾਈਨੋਰਿਟੀ ਕਮਿਊਨਿਟੀ ਜਿੰਨੀ ਵੀ ਹੈ ਸਿੱਖ ਦਿੱਲੀ ਦੇ ਵਿੱਚ, ਉਹ ਸੇਫ ਹੈ? ਕਿ ਕਿਸੇ ਜਗ੍ਹਾ ਸਿੱਖ ਸੇਫ ਹੈ ਹੀ ਨਹੀਂ, ਨਾ ਸੀ ਨਾ ਹੈ ਤੇ ਨਾ ਹੋਏਗਾ। ਅਗਰ ਇਹ ਹਾਲਾਤ ਜੋ ਅੱਜ ਹੋ ਰਹੇ ਤਾਂ ਵੀ, ਔਰ ਇਹਦੇ 'ਚ ਗਲਤੀ ਸਾਡੇ ਲੀਡਰਾਂ ਦੀ ਵੀ ਹੈ। ਸਿਰਫ ਆਪਣੀਆਂ ਚੰਦ ਸੀਟਾਂ ਦੀ ਖਾਤਰ ਉਹ ਵੱਡੀਆਂ ਸਰਕਾਰਾਂ ਨਾਲ ਸੌਦੇ ਕਰ ਲੈਂਦੀਆਂ, ਉਹਨਾਂ ਸਮਝੌਤੇ ਕਰਕੇ ਫਿਰ ਸਾਨੂੰ ਉਲਟੇ ਪੱਟੂ ਬਣਾ ਕੇ ਉਸ ਤਰ੍ਹਾਂ ਹੀ ਸਮਝਾਇਆ ਜਾਂਦਾ ਹੈ ਕਿ ਨਹੀਂ ਜੀ ਇਹ ਇਸ ਤਰ੍ਹਾਂ ਹੋ ਰਿਹਾ, ਠੀਕ ਹੋ ਰਿਹਾ। ਗਲਤੀ ਸਾਡੀ ਨਹੀਂ, ਸਿਰਫ ਸਾਡੇ ਲੀਡਰ ਦੀ ਵੀ ਗਲਤੀ ਹੈ। ਸਾਨੂੰ ਪ੍ਰੋਪਰ ਆਗੂ ਨਹੀਂ ਮਿਲੇ ਹੋਏ ਜਿਹੜੇ ਆ ਕੇ ਆਪਣਾ ਸਿਰ ਤਲੀ ਰੱਖ ਕੇ ਚੱਲਣ ਤੇ ਉਹਦੇ ਨਾਲ 10 ਬੰਦੇ ਚੱਲਣ। ਜੇ ਲੀਡਰ ਅੱਛਾ ਹੋਏਗਾ ਤਾਂ ਉਹਦੇ ਪਿੱਛੇ ਕੌਮ ਦੌੜੇਗੀ। ਸਾਨੂੰ ਕੋਈ ਲੀਡਰ ਨਹੀਂ ਮਿਲਿਆ ਹੈ ਜਿਹੜਾ ਮਤਲਬ ਸਾਨੂੰ ਕਹੇ ਕਿ ਹਾਂ ਚਲੋ ਮੇਰੇ ਨਾਲ, ਮੈਂ ਪਹਿਲਾ ਸਿਰ ਦੇਣਾ। ਜੇ ਸਾਕਾ ਪੰਜਾ ਸਾਹਿਬ ਹੁੰਦਾ ਹੈ, ਸਾਕਾ ਨਗਾਣਾ ਸਾਹਿਬ ਹੁੰਦਾ ਹੈ, ਤੇ ਉੱਥੇ ਜਿਹੜੇ ਪਹਿਲੇ ਆਗੂ ਸੀ ਨਾ, ਉਹਨਾਂ ਨੇ ਪਹਿਲੇ ਆਪ ਨੂੰ ਕਟਵਾਇਆ ਆਪਣੇ ਆਪ ਨੂੰ, ਤੇ ਸਿੱਖ ਉਹਦੇ ਪਿੱਛੇ ਦੌੜ ਪਿਆ। ਅੱਜ ਕਿਹੜਾ ਆਗੂ ਹੈ ਜਿਹੜਾ ਖੁਦ ਮਰਨਾ ਚਾਹੁੰਦਾ ਹੋਵੇ? ਸਾਰੇ ਏਰੀਏ ਬੈਠ ਕੇ ਮਸਲੇ ਹੱਲ ਕਰ ਲੈਂਦੇ ਆ ਤੇ ਗੱਲ ਕਰ ਲੈਂਦੇ। ਇਹ 1984 ਦੇ ਬਾਅਦ ਕਈ ਕਮੇਟੀ ਬਣੀ, ਸਪੈਸ਼ਲ ਕਮੇਟੀਜ਼ ਫਾਰਮ ਹੋਈ ਕਿ ਇਹਨਾਂ ਦੇ ਬਾਰੇ ਐਕਸ਼ਨ ਲਿੱਤਾ ਜਾ ਸਕੇ, ਉਹਨਾਂ ਨੂੰ ਜਸਟਿਸ ਮਿਲੇ। ਕਈ ਮੂਵੀ ਤੇ ਕਈ ਨੋਵਲਸ ਵੀ ਆਈਆਂ। ਇਹਨਾਂ ਦਾ ਕਿੰਨਾ ਯੋਗਦਾਨ ਸੀ? ਇਹਨਾਂ ਨੇ ਕਿੰਨਾ ਸਪੋਰਟ ਕੀਤਾ? ਯੋਗਦਾਨ ਨਹੀਂ ਸੀ, ਨਥਿੰਗ। ਕਿਸੇ ਕਮੇਟੀ ਨੇ ਜੋ ਵੀ ਕੀਤਾ ਬਸ ਆਪਣੀ ਫਾਰਮੈਲਿਟੀ ਕੀਤੀਆਂ। ਅਖੰਡ ਪਾਠ ਖਵਾਤੇ ਗਏ ਜੂਨ ਦੇ ਵਿੱਚ, ਅਖੰਡ ਪਾਠ ਖਵਾਤੇ ਮਾਰਚ ਦੇ ਵਿੱਚ। ਕੋਈ ਵੀ ਜਿਹੜੇ 6-6 ਮਹੀਨੇ ਦੇ ਬੱਚਿਆਂ ਨੂੰ ਮਾਰ ਦਿੱਤਾ ਗਿਆ ਸਾਕਾ ਨੇ, ਕਿਸੇ ਨੇ ਕੁਝ ਪੁੱਛਿਆ ਉਹਨਾਂ ਬੱਚਿਆਂ ਦੇ ਪਾਸ? ਹਾਂ, ਜਿਹੜੀ ਗਵਰਨਮੈਂਟ ਆਉਂਦੀ ਹੈ ਉਹ ਇੱਕ ਡੋਨੇਸ਼ਨ ਦਾ ਚੈੱਕ ਦੇ ਦਿੰਦੀ ਹੈ, ਲੋ ਜੀ 5 ਲੱਖ ਦਾ ਚੈੱਕ ਦੇ ਦਿੱਤਾ। ਕਿਆ ਉਹਦੇ ਨਾਲ ਭਰਪਾਈ ਹੋ ਸਕਦੀ ਹੈ? ਉਹ ਬੰਦੇ ਜਿਹੜੇ ਮਰ ਗਏ, ਜਿਹੜੇ ਘਰ ਦੇ ਬੰਦੇ ਸਾਹਮਣੇ, ਮੈਂ ਤੁਹਾਨੂੰ ਛੋਟਾ ਪਹਿਲੇ ਉਦਾਹਰਨ ਦਿੱਤਾ ਹੈ ਕਿ ਜਿਹੜੀ ਔਰਤ ਦੇ ਸਾਹਮਣੇ ਉਹਦੇ ਆਦਮੀ ਨੂੰ ਕੱਟ ਕੇ ਕੁੱਤਿਆਂ ਦੇ ਅੱਗੇ ਪਾ ਦਿੱਤਾ ਗਿਆ, ਕਿਆ ਉਹਦੀ ਕੋਈ ਭਰਪਾਈ ਕਰੇਗਾ? 5 ਲੱਖ 7 ਲੱਖ 10 ਲੱਖ ਦੇ ਨਾਲ ਉਹਨੂੰ ਕੀ ਜਸਟਿਸ ਮਿਲੇਗਾ? ਅੱਜ ਅਗਰ ਜਸਟਿਸ ਮਿਲ ਵੀ ਜਾਏ, ਮੈਂ ਕਹਿੰਦਾ ਚਲੋ ਇੱਕ ਛੋਟੀ ਜਿਹੀ ਗੱਲ ਹੈ, ਕਰ ਲੈਂਦੇ ਹਾਂ ਕਿ ਅਸੀਂ ਦੋ ਜੀ ਹੁਣ ਇਹਨਾਂ ਨੇ ਸਾਡੇ ਨਾਲ ਭੁਗਤਿਆ, ਹੁਣ ਪਰਮਾਤਮਾ ਇਹਨਾਂ ਨੂੰ ਦੁਖੀ ਕਰ ਰਿਹਾ। ਪਰ ਉਹਦੇ ਨਾਲ ਸਾਨੂੰ ਕੀ ਸੁੱਖ ਮਿਲ ਰਿਹਾ? ਸਾਨੂੰ ਤਾਂ ਕੁਝ ਨਹੀਂ ਮਿਲਿਆ ਨਾ ਉਹਦੇ ਨਾਲ। ਸਾਡੀ ਕੀ ਭਰਪਾਈ ਹੋਈ? ਬੰਦਾ ਮਰ ਗਿਆ, ਅਸੀਂ ਕਿ ਲੋ ਜੀ ਇਹਨੇ ਭੁਗਤਿਆ, ਹੁਣ ਇਹ ਭੁਗਤ ਰਹੇ ਆ, ਉਹ ਭੁਗਤ ਰਹੇ ਆ, ਪਰ ਉਹਦੇ ਭੁਗਤਣ ਨਾਲ ਕੀ ਸਾਨੂੰ ਪ੍ਰਾਪਤੀ ਹੋ ਰਹੀ ਹੈ? ਕੁਛ ਨਹੀਂ ਹੋ ਰਹੀ। Can I know your name? I am Nishita Joshi. Okay, Nishita, have you heard about 1984 riots which happened in Delhi? Yes, I have. So 33 years have been passed. Still justice is not provided to the people over there who suffered. Many children lost their parents, many parents lost their children. We cannot compensate to the human loss at any cost, but still no justice is available. What are your views on this? This is completely inhuman. First of all, this should not have happened, and even if it has taken place, justice should be provided, because 33 years is a long span of time, and no one can cover the loss, or even sympathy could not heal anything. So basically, for those who have suffered the loss, they should demand justice, and the verdict, which is not yet given, so that should be there. Like, justice milna chahiye. That's right. That's true. What is your name? I'm Sneha. Okay, Sneha, Sneha, what are your views that 33 years have been passed? Still no justice is available, still no justice is there for the people who suffered. And we cannot compensate to the physical, to the emotional loss they suffered during that time. So what are your views on this? My views are as same as hers. I mean, justice should be given. I mean, it should be provided, because it's been 33 years, as you mentioned, and it's a very huge time, and nothing can compensate their loss or something like that. That's it. Do you think minorities community which are in Delhi, are they safe? Are they safe? I'm not sure about it, but minorities
should not be treated inferior. That's all I want to say. They should be given equal rights and they should be provided with equal attention. That's all. Many movies were there they came up with the cause why it happened. They came up with the cause. They came up with the suffering of the people. But after all these movies, after all these novels, okay, what recommendations or what feedback or what steps are taken by the government? There are no steps as such. They are just 2-3 days ka sympathy period, and then everything is back to normal. They don't. They are not taking any steps, any actions towards giving justice or compensating things. But it's just the same thing. Nothing is happening, I suppose. Special constitutions are also being formed after whatever happened, but still no justice is there, but still nothing is there. So what do you basic think? Is there any lag which are having in our government, or is there any lag in the decision taking process? What do you think as a human? What do you think? Are the future of the citizens we are taking of the common human beings are safe in Delhi? Maybe the government is just trying to hide it and not pay attention to it so that it doesn't evolve, मतलब बहुत बड़ा issue ना बन जाए. Maybe that's why they're not trying to solve it or trying to give justice to them. And as for safety, there are a lot of types of things that should be taken care of in Delhi. So this is one of them. Yeah. This is the capital of India, so this place should be, the safest one, but it isn't. I just want to know your name first. Arushi. Arushi, yes. Delhi is the capital of India, and we all are bothered about the safety, right? So very ironical to see that the capital of India is not the safest. Yes. Yeah. So this is what I wanted to say. Yeah. We have seen in our past experience many minorities are always effective due to the disturbance of the political orders which are happening all over. But in all this political interference or in all this political order, the common human being life is suffered. We cannot compensate to the human laws, but finally what we are having in our hand is like the loss of the human life. So what are your views on this? Loss of human life, it will happen because you can't help it. You can't help people from doing violence or killing or murdering, because this will take place. If riots will happen, this will take place, and there is no going back to it. But we can help out by giving them justice. That is all we can do. And that is all we can do. And if they're not getting justice, then I don't know, there's something wrong with the government. The government should take action. They should do something about it, because this is not right. As a normal human being, as a very ordinary person, I feel that justice should be given, and it is important. Yeah, that is it, I would like to say. What's your name? Soumya. Soumya, as a human, what do you think? Are you safe? Or whatever happened, when you remind of these cases, when you have heard about all the whatever happened during that time, so what is your first point of view which comes in your mind? First of all, that is cruelty, and the irony behind it is that the government says that India is a secular state. So each religion should be treated equally. If Muslims or any other Christians, in fact, if other you call it that minority community, yeah, exactly, minority community, if you say get rights, then this is a basic human thing to do, to give them justice. Once you're saying that India is a secular state, then you should treat humans as humans first and then treat them based on their religions. So justice should be given. And as far as Delhi is concerned, Delhi is the capital of India, as you know, but then this is famous for crimes as well. So as a girl, as a human, I don't think Delhi is safe. Like, we can't even go out at dark. So thinking about this is really a nightmare for us. So yeah, that's all. Do you think in all this political disturbance which is happening all over the country, human people, who is suffering? In all the political disorders or in all the political interference or superiority, who is the person who basically suffers?
common humans. Yeah. So what are the steps we should take in order to safeguard our interest? Humans should stand for themselves, because if we won't even take stand for ourselves, then we can't expect others to take stand for ourselves. Unity is strength. So one person will not help. If we unite together, we can do something about it. So it's not always the power of one. We have to unite, and that is how it will happen. That is how we'll get justice. We say it's been 33 years, but then we can't wait for long. If it's been 33 years, actions are taking place. They are slow, but they are taking place. So what if we do it now? What if we collect our voices and speak up? What if we raise our voices and get the justice we want and everyone deserves? The result of any decision will be taking a natural time process, natural decision making process, because it is on a national level and we have to take some decisions. But 33 years do justify the time span which is required for this? Would you like to say something about it? Yeah, 33. Any decision process, whenever a crime or happened over in Delhi, there is a natural time process in decision making, right? But 33 years is natural, a very long time. Does this justify? This doesn't even justify. I mean, the people who had suffered, maybe some are no longer here, or they're very old to, fight for anything more. 33 years is very long time, and it's not right in any sense, in any way. Half of the life is being spent in these 33 years. So how much patience all the victims are having? I don't know about patience. People can be, feeling bad about themselves and about the family, and they might not have moved on from this thing because it leaves a very deep, it's kind of assaulting and kind of depressing. The thing is being repeated for 33 years. Every day or every hearing, they are going through the same thing which had happened. Emotional trauma. Yeah, they are not able to come out of Exactly. the action picture. Exactly. What are your views? Even if they get justice, they might not be able to overcome this fact that it took 33 years or more than 33 years to stand for themselves and receive justice for what they knew, like they were right. So to get that, they would not be able to believe the fact actually be happy about it that they got justice after 33 or more than 33 years, because now it's not worth just it. like that It's we not want worth it. because we want it, nothing else. Do you want to share something? I would like to say that maybe there are some people who must have lost hope, because it's taken so long, such a long span, and nothing has happened about it. And but there are some who still have hope that we may get justice. We may get justice. Yeah. So But let's see. Hope for the best. But that doesn't mean that 33 years justify it. Because obviously, when bomb attacks happen, when terror attacks happen, then they usually get justice like in 10 years or 12 years as our government's time takes place. But then 33 years is like, it's not justified for anything. Like, you can't even justify it for the people who have lost their lives, who have lost their families. Someone was someone's dad, father, son, mother. You don't know. And if this happens to you, your family, then people will stand up. Think of them as your family. We are one family after all. So that's all. Thank you so much for sharing your views. Thank you. ਸਾਡੇ ਨਾਲ ਇੱਕ ਹੋਰ ਸੰਗਤ ਹੈ, ਤੁਹਾਡਾ ਨਾਮ? ਹਾਂਜੀ, ਮੈਂ ਗੁਰਚਰਨ ਸਿੰਘ ਡਿਸਟ੍ਰਿਕਟ ਮੋਗਾ ਪੰਜਾਬ ਤੋਂ ਆ ਰੱਖਿਆ, ਬੰਗਲਾ ਸਾਹਿਬ ਦੇ ਦਰਸ਼ਨ ਕਰਨ ਲਈ ਆ ਰੱਖਿਆ। ਮੈਂ ਅੱਜ ਮੈਨੂੰ ਪਤਾ ਲੱਗਿਆ ਕਿ ਇੱਥੇ ਕਾਲ ਚੈਨਲ ਜੋ ਪੰਜਾਬ ਦੇ ਵਿੱਚ ਨਕਲ ਕੁੰਸੀ ਹੋਈ, ਦਿੱਲੀ ਦੇ ਵਿੱਚ ਹੋਈ, ਸਾਡੇ ਸਿੱਖ ਕੌਮ ਨੂੰ ਟਾਰਗੇਟ ਬਣਾ ਕੇ ਕੱਟੜਵਾਦੀ ਜੋ ਹਿੰਦੂਵਾਦ ਸੀ, ਉਹਨਾਂ ਨੇ ਸਾਡੇ ਸਿੱਖ ਕੌਮ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਦਿੱਲੀ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਨੂੰ ਬੇਪਤ ਕਰਕੇ ਉਹਨਾਂ ਨੇ ਆਪਣੀ ਭੜਾਸ ਕੱਢੀ। ਜੋ ਸਿੱਖ ਕੌਮ ਦੀ ਇਹ ਪੀੜ ਹੈ,
ਅਸੀਂ ਕਦੇ ਵੀ ਨਹੀਂ ਭੁੱਲ ਸਕਦੇ। ਸਾਡੇ ਇਤਿਹਾਸ ਦੇ ਵਿੱਚ ਇਹ ਕਾਲੇ ਅੱਖਰਾਂ ਦੇ ਨਾਲ ਲਿਖੀ ਗਈ ਪੀੜ ਜਿਹਨੇ ਸਾਡੇ ਪੰਜਾਬ ਦੇ ਵਿੱਚ ਬਲੂ ਸਟਾਰ ਕਰਾਇਆ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖ ਕੌਮ ਆ ਜੋ ਸਾਡੀ ਪੀੜ੍ਹੀਆਂ ਬੱਚੇ ਆ ਸਾਡੇ ਉਹਨਾਂ ਦੇ ਅੱਖਾਂ ਦੇ ਵਿੱਚੋਂ ਅੱਜ ਤੱਕ ਵੀ ਅਸੀਂ ਅਥਰੂ ਨਹੀਂ ਪੂੰਝ ਸਕਦੇ। 33 ਸਾਲ ਹੋ ਚੁੱਕੇ ਨੇ ਇਹ ਗੱਲ ਨੂੰ, ਬਟ ਅੱਜ ਵੀ ਜਸਟਿਸ ਨਹੀਂ ਮਿਲਿਆ। ਤੁਹਾਨੂੰ ਕੋਈ ਉਮੀਦ ਹੈ ਕਿ ਅੱਗੇ ਜਸਟਿਸ ਮਿਲ ਸਕਦਾ ਹੈ? ਸਾਡੇ ਪੰਜਾਬ ਦੇ ਵਿੱਚ ਲਗਾਤਾਰ ਪਿਛਲੇ 10 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਰਹੀ ਆ। ਸਾਡੇ ਪੰਜਾਬ ਦੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਜਿਨ੍ਹਾਂ ਨੇ ਸਮੇਂ-ਸਮੇਂ ਤੇ ਕੇਂਦਰ ਸਰਕਾਰ ਕੋਲੇ ਸਾਡੇ ਪੰਜਾਬ ਦੇ ਸਿੱਖਾਂ ਦੇ ਨਾਲ ਹੋਈ ਨਕਲਕੁੰਸੀ ਦੰਗਾ ਪੀੜਤਾ ਜੋ ਸਾਡੇ ਪੰਜਾਬ ਦੇ ਵਿੱਚ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਸਮੇਂ-ਸਮੇਂ ਤੇ ਕੇਂਦਰ ਸਰਕਾਰ ਕੋਲੇ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਈ, ਪਰ ਅਜੇ ਤੱਕ ਅੱਜ ਕਰਾਂਗੇ ਕੱਲ੍ਹ ਕਰਾਂਗੇ ਅਸੀਂ ਜਾਂਚ ਬਿਠਾਵਾਂਗੇ ਦੇ ਲਾਰੇ ਹੀ ਮਿਲ ਰਹੇ ਨੇ, ਜਿਸ ਦੇ ਉੱਤੇ ਸਾਡੇ ਪੰਜਾਬ ਨੂੰ ਇਨਸਾਫ ਮਿਲਣ ਦੀ ਕੋਈ ਆਸ ਨਹੀਂ। ਸਰ ਮੈਂ ਤੁਹਾਡਾ ਨਾਮ ਪੁੱਛ ਸਕਦੀ ਹਾਂ? ਹਾਂਜੀ, ਮੈਂ ਅਵਤਾਰ ਸਿੰਘ। ਸਰ ਜਿਵੇਂ ਇਹਨਾਂ ਨੇ ਦੱਸਿਆ ਕਿ ਗਵਰਨਮੈਂਟ ਲਾਰੇ ਤੇ ਲਾਰੇ ਦੇ ਹੀ ਜਾ ਰਹੀ ਹੈ, ਬੜੀ ਕਨਸਟੀਟਿਊਸ਼ਨ ਸਪੈਸ਼ਲ ਕਨਸਟੀਟਿਊਸ਼ਨ ਬਣਿਆ ਕਿ ਇਹਦੇ ਬਾਅਦ ਐਕਸ਼ਨ ਲਿੱਤਾ ਜਾਏ, ਜਿਹੜੇ ਪੀੜਿਤ ਹੋਣ ਉਹਨਾਂ ਨੂੰ ਸਪੋਰਟ ਕੀਤਾ ਜਾਏ, ਉਹਨਾਂ ਦੀ ਤਰਫ ਜਸਟਿਸ ਦਿੱਤਾ ਜਾਏ। ਕਿਸ ਹੱਦ ਤੱਕ ਇਹ ਸਭ ਪੋਸੀਬਲ ਹੋ ਸਕਿਆ? ਮੈਂ ਸਮਝਦਾ ਕਿ ਹਜੇ ਤੱਕ ਕੁਝ ਵੀ ਪੋਸੀਬਲ ਨਹੀਂ ਹੋ ਸਕਿਆ, ਕਿਉਂਕਿ ਕਾਫੀ ਬੀਬਾ ਹਰਸਿਮਰਤ ਕੌਰ ਜੀ ਬਾਦਲ ਭਾਜਪਾ ਸਾਹਿਬ ਨੇ ਦੱਸਿਆ ਜੀ ਕਿ ਉਹ ਕਾਫੀ ਵਾਰ ਮੁੱਦਾ ਉਠਾ ਚੁੱਕੇ ਹੈ, ਪਰ ਅਜੇ ਤੱਕ ਹਰ ਵਾਰ ਹੀ ਇਹ ਕਿਹਾ ਜਾਂਦਾ ਕਿ ਜੋ ਇਹ ਹੈ 84 ਦਾ ਜੋ ਦੰਗੇ ਪੀੜਤ ਹੈ ਉਹਨਾਂ ਦੀ ਹੈਲਪ ਵੀ ਕੀਤੀ ਜਾਊਗੀ ਤੇ ਉਹਨਾਂ ਨੂੰ ਜਿਹੜਾ ਜਸਟਿਸ ਹੈ ਉਹ ਮਿਲੇਗਾ। ਪਰ ਉਮੀਦਾਂ ਲਾ ਕੇ ਲੋਕ ਬੈਠੇ ਆ ਘਰਾਂ ਦੇ ਵਿੱਚ ਅਤੇ ਉਹਨਾਂ ਦੇ ਜਿਹੜੇ ਬੱਚੇ ਆ ਉਹ ਆਪਣੇ ਮਾਤਾ ਪਿਤਾ ਨੂੰ ਅਤੇ ਕੁਝ ਆਪਣੇ ਦਾਦਾ ਦਾਦੀ ਨੂੰ ਸਾਰੇ ਹੀ ਮਿਸ ਕਰਦੇ ਆ, ਕਿਉਂਕਿ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਮਤਲਬ ਜਿਨ੍ਹਾਂ ਨਾਲ ਇਹ ਮਤਲਬ ਵਾਪਰੀ ਹੈ ਘਟਨਾ ਇਹ ਉਹਨਾਂ ਦੇ ਦਿਲ ਜਾਣਦੇ ਆ ਤੇ ਜਾਂ ਪੰਜਾਬ ਜਿਨ੍ਹਾਂ ਨੇ ਦੇਖਿਆ ਉਹ ਜਾਣਦੇ ਆ। ਇਹ ਤਾਂ ਸਿਰਫ ਲਾਰੇ ਤੇ ਲਾਰਾ ਲੱਗ ਰਿਹਾ ਕਿ ਮਤਲਬ ਕਿ ਜਸਟਿਸ ਮਿਲੂਗਾ, ਪਰ ਉਮੀਦ ਕੋਈ ਨਹੀਂ। ਸਰ ਤੁਹਾਨੂੰ ਕੀ ਲੱਗਦਾ ਹੈ ਇਹ ਕਨਸਟੀਟਿਊਸ਼ਨਸ ਬਣਨ ਦਾ, ਇਤਨੀ ਮੂਵੀਆਂ ਆਈਆਂ ਜਿਨ੍ਹਾਂ ਨੇ ਇਹ ਟੌਪਿਕ ਚੁੱਕਿਆ, ਦੱਸਿਆ ਕਿ ਵਿਕਟਿਮਸ ਦੇ ਨਾਲ ਕੀ ਹੋਇਆ, ਕਈ ਨੋਵਲਸ ਲਿਖੀ ਗਈਆਂ ਜਿਹਦੇ ਵਿੱਚ ਦੱਸਿਆ ਗਿਆ ਕਿ ਕੀ ਹਾਲ ਚਾਲ ਸੀ ਉਸ ਟਾਈਮ ਦੇ ਵਿੱਚ, ਕਿ ਸਫ਼ਰ ਕੀਤਾ ਲੋਕਾਂ ਨੇ, ਇਹ ਸਾਰੀ ਮੂਵੀ ਦਾ, ਇਹ ਸਾਰੀ ਨੋਵਲਸ ਦਾ ਕਿਸ ਹੱਦ ਤੱਕ ਸਪੋਰਟ ਰਿਹਾ ਹੈ? ਦੇਖੋ ਜੀ, ਜਿਹੜੀਆਂ ਇਹ ਫਿਲਮਾਂ ਬਣੀਆਂ, ਨਾਵਲਕਾਰਾਂ ਨੇ ਨਾਵਲ ਲਿਖੇ ਆ, ਉਹਨਾਂ ਨੇ ਇਤਿਹਾਸ ਲਿਖ ਦਿੱਤਾ, ਪਰ ਜੋ ਵਾਪਰਿਆ ਉਹ ਤਾਂ ਸਾਡੀ ਸਿੱਖ ਕੌਮ ਤੇ ਵਾਪਰਿਆ। ਉਹ ਉਹਨਾਂ ਨੂੰ ਬਹੁਤ ਯਾਦ ਕਰਦੇ, ਉਸ ਸਮੇਂ ਨੂੰ ਦੇਖ ਕੇ ਉਹ ਆਪਣੇ ਅੱਥਰੂ ਨਹੀਂ ਰੋਕ ਸਕਦੇ, ਪਰ ਉਹਨਾਂ ਨੇ ਕਈ ਵਾਰੀ ਸੰਘਰਸ਼ ਕੀਤਾ। ਉਹਨਾਂ ਦੇ ਸੰਘਰਸ਼ ਹਮੇਸ਼ਾ ਜਿੱਦਾਂ ਪਿਛਲੀ ਸਰਕਾਰ ਦੇ ਵਿੱਚ ਜੋ ਕਾਂਗਰਸ ਸਰਕਾਰ ਸੀ ਸੈਂਟਰ ਦੇ ਵਿੱਚ, ਉਹਨਾਂ ਨੇ ਆਪਣੇ ਸੱਜਣ ਕੁਮਾਰ ਜਾਖੜ ਤੇ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦੇਤੀ ਸੀ ਇਸ ਮਾਮਲੇ ਵਿੱਚ। ਦੁਬਾਰਾ ਜਦੋਂ ਬੀਜੇਪੀ ਦੀ ਸਰਕਾਰ ਆਈ ਹੈ ਕੇਂਦਰ ਦੇ ਵਿੱਚ, ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਾਡੇ ਮੈਂਬਰ ਪਾਰਲੀਮੈਂਟ ਪਰਮਜੀਤ ਕੌਰ ਗੁਲਸ਼ਨ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਮੋਦੀ ਸਾਹਿਬ ਤੇ ਗ੍ਰਹਿ ਮੰਤਰੀ ਸਰਦਾਰ ਸ਼੍ਰੀ ਰਾਜਨਾਥ ਸਿੰਘ ਜੀ ਨੂੰ ਮਿਲੇ ਸੀ। ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਭਾਜਪਾ ਸਰਕਾਰ ਦੇ ਹੁੰਦੇ ਜਿੰਨੇ ਵੀ ਇਹ ਦੋਸ਼ੀ ਹੈ ਇਹਨਾਂ ਨੂੰ ਅਸੀਂ ਸਖਤ ਸਜ਼ਾਵਾਂ ਦੇਵਾਂਗੇ। ਪਰ ਉਮੀਦ ਕਰਦੇ ਹਾਂ ਕਿ ਕਿਉਂਕਿ ਸਰਕਾਰਾਂ ਬਦਲ ਜਾਂਦੀਆਂ, ਹਰ ਸਰਕਾਰ ਤੋਂ ਉਮੀਦ ਲਾਈ ਬੈਠੇ ਆ, ਪਰ ਮਿਲਦਾ ਕੁਝ ਵੀ ਨਹੀਂ। ਜਿਵੇਂ ਭਾਜਪਾ ਸਰਕਾਰ ਨੂੰ, ਮੋਦੀ ਦੀ ਸਰਕਾਰ ਨੂੰ ਆਏ 3 ਸਾਲ ਹੋ ਚੁੱਕੇ ਨੇ, ਬਟ ਜਿਨ੍ਹਾਂ ਨੇ ਸਾਨੂੰ ਵਿਸ਼ਵਾਸ ਦਿਲਾਇਆ ਸੀ ਕਿ ਕੋਈ ਨਾ ਕੋਈ ਸਟੈਪ ਲਿੱਤਾ ਜਾਵੇਗਾ, ਵਿਕਟਿਮਸ ਨੂੰ ਇਨਸਾਫ ਮਿਲੇਗਾ, ਕਿਸ ਹੱਦ ਤੱਕ ਪੋਸੀਬਲ ਹੋਇਆ? 3 ਸਾਲ ਆਲਰੇਡੀ ਗੁਜ਼ਰ ਚੁੱਕੇ ਨੇ। ਮਾਨਯੋਗ ਰਾਜਨਾਥ ਸਿੰਘ ਜੀ ਗ੍ਰਹਿ ਮੰਤਰੀ ਨੇ ਸਾਡੇ ਪੰਜਾਬ ਦੇ ਵਿੱਚ 1.5 ਸਾਲ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਚੱਪੜਚਿੜੀ ਵਿਖੇ ਯਾਦਗਾਰੀ ਉਦਘਾਟਨ, ਉਹਨਾਂ ਦਾ ਜਨਮ ਦਿਨ ਮਨਾਇਆ ਸੀ। ਉਸ ਸਮੇਂ ਪੰਜਾਬ ਦੇ ਵਿੱਚ ਗ੍ਰਹਿ ਮੰਤਰੀ ਜੀ ਆਏ ਸੀ। ਉਹਨਾਂ ਨੇ ਸਾਨੂੰ ਇਹ ਕਿਹਾ ਸੀ ਕਿ ਇਹ ਤੁਹਾਡੇ ਜ਼ਖਮ ਨਹੀਂ, ਇਹ ਸਾਡੇ ਜ਼ਖਮ ਹੈ। ਜੋ ਪੰਜਾਬ ਵਾਸੀ ਹੈ, ਜੋ ਦਿੱਲੀ ਦੇ ਸਿੱਖ ਕੌਮ ਹੈ, ਇਹਨਾਂ ਦੇ ਜ਼ਖਮ ਨਹੀਂ, ਉਹ ਸਾਡੇ ਦਿਲ ਤੇ ਜ਼ਖਮ ਲੱਗੇ ਆ। ਮੈਂ ਜਲਦੀ ਹੀ ਇਸ ਦਾ ਕਮਿਸ਼ਨ ਗਠਨ ਕਰਕੇ ਤੁਹਾਨੂੰ ਇਸ ਦੀ CBI ਜਾਂਚ ਕਰਾਊਂਗਾ, ਬਟ ਕਿ ਅਜੇ ਤੱਕ ਕੋਈ ਸਾਨੂੰ ਇਸ ਦਾ ਉਹ ਜ਼ਿਕਰ ਹੀ ਨਹੀਂ ਹੋਇਆ ਉਸ ਤੋਂ ਬਾਅਦ।
ਤੁਹਾਨੂੰ ਕੀ ਲੱਗਦਾ ਹੈ ਇਹ ਕਿੰਨਾ ਸਪੋਰਟ ਕੀਤਾ ਸਾਡੀ ਗਵਰਨਮੈਂਟ ਨੇ? ਗਵਰਨਮੈਂਟ ਪੋਲੀਟੀਕਲ ਆਰਡਰਸ ਪਿੱਛੇ, ਆਪਣੀ ਗਵਰਨਮੈਂਟ ਪਿੱਛੇ ਲੋਕਾਂ ਦੇ ਜ਼ਖਮਾਂ ਤੇ ਖੁਰੇਦਦੀ ਹੈ, ਤੇ ਤੁਹਾਨੂੰ ਕੀ ਲੱਗਦਾ ਹੈ ਉਹਨਾਂ ਦਾ ਕਿੰਨਾ ਸਪੋਰਟ ਰਹਿੰਦਾ ਹੈ? ਬਸ ਮੈਂ ਤਾਂ ਇਹੀ ਕਹਿਣਾ ਚਾਹੂੰਗਾ, ਬਿਨਾਂ ਲਾਰਿਆਂ ਤੋਂ ਪੰਜਾਬ ਨੂੰ ਅਜੇ ਤੱਕ ਕੁਝ ਵੀ ਨਹੀਂ ਮਿਲਿਆ। ਜੋ ਫਿਲਮਾਂ ਬਣਦੀਆਂ ਸਾਡੇ ਪੰਜਾਬ ਦੇ ਵਿੱਚ ਵੀ ਕਾਫੀ ਫਿਲਮਾਂ ਆਈਆਂ ਸਨ 84 ਤੇ, ਬਟ ਫਿਲਮਾਂ ਨੂੰ ਦੇਖ ਕੇ ਲੋਕਾਂ ਦੇ ਜਿਹੜੇ ਹਿਰਦੇ ਆ ਉਹ ਹੋਰ ਬਲੂੰਦਰੇ ਜਾਂਦੇ ਆ, ਕਿਉਂਕਿ ਉਹਨਾਂ ਦੇ ਸਾਹਮਣੇ ਉਹੀ ਸਾਫ਼ ਝਲਕਦਾ ਹੈ ਕਿ ਜੋ ਸਾਡੇ ਨਾਲ ਹੋਇਆ, ਇਦਾਂ ਹੋਇਆ। ਉਹਦੇ ਨਾਲ ਕੋਈ ਸਾਨੂੰ ਕੋਈ ਹੁੰਗਾਰਾ ਨਹੀਂ ਮਿਲਦਾ, ਨਾ ਕਿ ਉਹਦੇ ਨਾਲ ਸਾਡੇ ਜਿਹੜੇ ਦੁੱਖ ਹੈ ਜਾਂ ਸਾਡੇ ਮਤਲਬ ਜ਼ਖਮ ਹੈ ਉਹਨਾਂ ਤੇ ਲੂਣ ਹੀ ਪਾਇਆ ਜਾਂਦਾ। ਵੈਸੇ ਤਾਂ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕਿ ਜਿਹੜੀ ਹਿਸਟਰੀ ਹੈ ਉਹ ਦੱਸੀ ਜਾਵੇ, ਪਰ ਜਿਨ੍ਹਾਂ ਦੇ ਨਾਲ ਬੀਤੀ ਹੈ ਜਾਂ ਜਿਨ੍ਹਾਂ ਨਾਲ ਹੋਇਆ ਹੈ ਉਹਨਾਂ ਨੂੰ ਪਤਾ ਕਿ ਮਤਲਬ ਕਿ ਇੰਨਾ ਧੱਕਾ ਸਾਡੇ ਨਾਲ ਹੋਇਆ ਸੀਗਾ। ਤੇ ਇਹ ਤਾਂ ਮਤਲਬ ਕਿ ਜੋ ਸਰਕਾਰਾਂ ਸਮੇਂ-ਸਮੇਂ ਤੇ ਬਦਲਦੀਆਂ ਰਹਿੰਦੀਆਂ, ਪਰ ਇਹ ਪੰਜਾਬ ਨੂੰ ਸਿਰਫ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਦੇ ਰਹੇ। ਸਾਡੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਉਹਨਾਂ ਨੇ ਬਹੁਤ ਵਾਰ ਇਹ ਮੁੱਦਾ ਚੁੱਕਿਆ, ਬਟ ਉਹਨਾਂ ਨੂੰ ਵਾਰ-ਵਾਰ ਇਹ ਕਿਹਾ ਜਾਂਦਾ ਕਿ ਜਲਦੀ ਤੋਂ ਜਲਦੀ ਜਿਹੜਾ ਇਹ ਮਤਲਬ ਕਿ ਜਸਟਿਸ ਹੈ ਲੋਕਾਂ ਨੂੰ ਮਿਲੂਗਾ, ਪਰ ਅਜੇ ਤੱਕ ਕੋਈ ਉਮੀਦ ਨਹੀਂ ਹੋਈ ਤੇ ਨਾ ਹਜੇ ਮਿਲਣ ਦੀ ਸੰਭਾਵਨਾ ਹੀ ਹੈ। 3 ਸਾਲ ਹੋ ਗਏ ਭਾਜਪਾ ਤੇ ਮੋਦੀ ਦੀ ਸਰਕਾਰ ਨੂੰ। ਇਹਨਾਂ ਨੇ ਵਿਸ਼ਵਾਸ ਦਿਲਾਇਆ ਸਾਰੇ, ਜਿਵੇਂ ਇਹਨਾਂ ਨੇ ਕਿਹਾ ਕਿ ਵਿਸ਼ਵਾਸ ਦਿਲਾਇਆ ਕਿ, ਬਟ ਅੱਜ ਹਲੇ ਤੱਕ ਕੋਈ ਗੱਲ ਨਹੀਂ, ਹਲੇ ਤੱਕ ਕੋਈ ਜਸਟਿਸ ਨਹੀਂ। ਹਾਂ, ਲਾਸਟ ਟਾਈਮ 1 ਮੰਥ ਹੋ ਗਿਆ ਪੰਜਾਬ ਗਏ ਸੀ ਰਾਜਨਾਥ ਸਿੰਘ ਜੀ। ਉਹਨਾਂ ਨੇ ਜਿਸ ਮਤਲਬ ਕਿ ਵੇਦ ਨਾਲ ਲੋਕਾਂ ਨੇ ਉਹਨਾਂ ਨੂੰ ਦੇਖਿਆ ਸੀਗਾ, ਜਿਹੜੀ ਸਿੱਖ ਕੌਮ ਉਹਨਾਂ ਨੇ ਇਹ ਸੋਚਿਆ ਸੀਗਾ ਕਿ ਜੋ ਪੰਜਾਬ ਨੂੰ ਹੈ ਉਹ 1984 ਦਾ ਜੋ ਉਹਨਾਂ ਨੇ ਲਾਸਟ ਟਾਈਮ ਦੇ ਵਿੱਚ 1.5 ਸਾਲ ਪਹਿਲਾਂ ਕਿਹਾ ਸੀਗਾ ਕਿ ਪੰਜਾਬ ਨੂੰ ਜਿਹੜਾ ਇਨਸਾਫ ਦਿਵਾਇਆ ਜਾਵੇਗਾ, ਬਟ ਉਹਨਾਂ ਨੇ ਉਸ ਵਿਸ਼ੇ ਤੇ ਕੋਈ ਵੀ ਉੱਥੇ ਉਹਨਾਂ ਨੇ ਗੱਲ ਨਹੀਂ ਕੀਤੀ, ਜਿਸ ਦੇ ਨਾਲ ਜਿਹੜੀ ਲੋਕਾਂ ਦੇ ਮਨਾਂ ਨੂੰ ਕਾਫੀ ਠੇਸ ਪਹੁੰਚੀ ਹੈ। ਤੇ ਲੋਕਾਂ ਨੇ ਕਾਫੀ ਉਮੀਦ ਲਾਈ ਸੀਗੀ ਕਿ ਹੋ ਸਕਦਾ ਕੁਛ ਨਾ ਕੋਈ ਜਿਹੜੀ ਭਾਜਪਾ ਸਰਕਾਰ ਹੈ, ਕਿਉਂਕਿ ਇਹਨਾਂ ਨੇ ਪਹਿਲਾਂ ਕਾਫੀ ਮਤਲਬ ਕਿ ਰਿਸਪੌਂਸ ਦਿੱਤਾ ਸੀ ਲੋਕਾਂ ਨੂੰ ਕਿ ਅਸੀਂ ਜਿਹੜਾ 84 ਦਾ ਇਨਸਾਫ ਲੋਕਾਂ ਨੂੰ ਦਿਵਾਵਾਂਗੇ, ਪਰ ਨਹੀਂ ਹੋ ਸਕਿਆ। 1984 ਅੱਜ ਦੀ ਪਨੀਰੀ ਵਾਸਤੇ ਕੀ ਸਿੱਖਿਆ ਦਿੰਦੀ ਹੈ? ਸਨ 1984 ਅੱਜ ਦੀ ਪਨੀਰੀ ਨੂੰ ਇਹ ਸਿੱਖਿਆ ਦਿੰਦੀ ਹੈ ਕਿ ਸਾਡੀ ਸਿੱਖ ਕੌਮ ਸਦਾ ਬਹਾਦਰ, ਸਦਾ ਨਿਡਰ ਰਹੀ, ਸਦਾ ਗਰੀਬਾਂ ਦੀ ਹਮਦਰਦ ਰਹੀ, ਮਜਲੂਮਾਂ ਦੀ ਪਹਿਰੇਦਾਰ ਰਹੀ। ਪਰ ਵੱਟ ਕੇ ਸਿੱਖ ਕੌਮ ਤੇ ਜਦੋਂ ਵੀ ਮਾੜਾ ਟਾਈਮ ਆਇਆ ਸਿੱਖ ਕੌਮ ਨੇ ਹਟਾਇਆ, ਪਰ ਸਿੱਖ ਕੌਮ ਦੇ ਬਦਲੇ ਸਾਨੂੰ ਇਨਸਾਫ ਨਹੀਂ ਮਿਲ ਰੱਖਿਆ ਸਿੱਖ ਕੌਮ ਨੂੰ, ਜਿਸ ਦੀ ਬਦੌਲਤ ਸਾਡੀ ਨਵੀਂ ਪਨੀਰੀ ਨੂੰ ਇਹੀ ਆਸ ਹੈ ਕਿ ਹੋ ਸਕਦਾ ਸਾਡੀ ਜਿਹੜੀ ਸਿੱਖ ਕੌਮ ਹੈ ਇਹ ਆਲ ਵਰਲਡ ਦੇ ਵਿੱਚ ਸਾਡੀ ਕੌਮ ਜਿਹੜੀ ਫੈਲਣੀ ਚਾਹੀਦੀ ਹੈ। ਸਾਡੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਦੇਸ਼ ਕੌਮ ਦੇ ਲਈ ਆਪਦੇ 4 ਬੱਚੇ ਸ਼ਹੀਦ ਕੀਤੇ, ਸਾਡੀ ਨਵੀਂ ਪਨੀਰੀ ਇਹ ਚਾਹੁੰਦੀ ਹੈ ਕਿ ਅਸੀਂ ਸਦਾ ਸੁੱਚੀ ਸੱਚੀ ਸੇਵਾ ਕਰੀਏ, ਪਰ ਜੋ ਸਾਡੇ ਜ਼ਖਮ ਹੈ ਉਹਨਾਂ ਨੂੰ ਭਰਨ ਤੇ ਹਜੇ ਟਾਈਮ ਲੱਗੂਗਾ। ਇਹ ਸਾਡੀ ਨਵੀਂ ਪਨੀਰੀ ਨੂੰ ਇਹ ਬਹੁਤ ਉਮੀਦ ਹੈ ਕਿ ਸਾਨੂੰ ਇਨਸਾਫ ਮਿਲੂਗਾ। ਤੁਹਾਡਾ ਕੀ ਕਹਿਣਾ ਹੈ ਸਰ ਕਿ ਅੱਜ ਦੀ ਪਨੀਰੀ ਨੂੰ ਕੀ ਸਿੱਖਿਆ ਮਿਲਦੀ ਹੈ? ਅੱਜ ਦੀ ਪਨੀਰੀ ਨੂੰ ਭਾਈ ਸਾਹਿਬ ਨੇ ਦੱਸਿਆ ਕਿ ਜੋ ਅੱਜ ਦੀ ਜਿਹੜੀ ਨਵੀਂ ਪਨੀਰੀ ਹੈ ਕਾਫੀ ਜਾਗਰੂਕ ਹੋ ਚੁੱਕੀ ਹੈ, ਕਿਉਂਕਿ ਸਮੇਂ-ਸਮੇਂ ਤੇ ਬਦਲਾਅ ਸੰਭਾਵੀ ਹੈ ਤੇ ਕਾਫੀ ਬਦਲਾਅ ਆ ਚੁੱਕਿਆ ਹੈ, ਕਿਉਂਕਿ ਅੱਜ ਕੱਲ੍ਹ ਜਿਹੜੀ ਅੱਜ ਦੀ ਜਨਰੇਸ਼ਨ ਹੈ ਕਾਫੀ ਪੜ੍ਹੀ ਲਿਖੀ ਹੈ, ਉਹ ਕਾਫੀ ਸੂਝਵਾਨ ਹੈ। ਅੱਗੇ ਨਾਲੋਂ ਕਾਫੀ ਲੋਕ ਮਤਲਬ ਕਿ ਇਹਨਾਂ ਗੱਲਾਂ ਤੋਂ ਦੂਰ ਹੋ ਚੁੱਕੇ ਹੈ, ਕਿਉਂਕਿ ਜਿਹੜੇ ਜ਼ਖਮ ਹੈ ਉਹ ਤਾਂ ਕਦੇ ਵੀ ਪੂਰੇ ਨਹੀਂ ਹੋ ਸਕਦੇ। ਜਿਨ੍ਹਾਂ ਦੇ ਮਤਲਬ ਕਿ ਪਰਿਵਾਰ ਦੇ ਵਿੱਚੋਂ ਜਿਨ੍ਹਾਂ ਦੇ ਪਰਿਵਾਰ ਸਾੜੇ ਗਏ, ਜਿਨ੍ਹਾਂ ਦੇ ਗਲਾਂ ਦੇ ਵਿੱਚ ਟਾਇਰ ਪਾਏ ਗਏ, ਉਹ ਵਾਪਸ ਤਾਂ ਨਹੀਂ ਆ ਸਕਦੇ, ਬਟ ਉਹ ਇਹ ਸੋਚਦੇ ਆ ਕਿ ਨੈਕਸਟ ਟਾਈਮ ਦੇ ਵਿੱਚ ਇਦਾਂ ਦਾ ਕਦੇ ਵੀ ਸਾਡੇ ਨਾਲ ਜਿਹੜਾ ਪਹਿਲਾਂ ਹੋਇਆ ਸੀਗਾ ਹਾਦਸਾ ਉਹ ਕਦੇ ਵੀ ਨਾ ਵਾਪਰੇ। ਉਸ ਤੋਂ ਗੱਲਾਂ ਤੋਂ ਪ੍ਰੇਰਿਤ ਹੋ ਕੇ ਬਸ ਸਮੁੱਚੀ ਸਿੱਖ ਕੌਮ ਜਿਹੜੀ ਸਤਿਗੁਰੂ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਦੱਸੇ ਮਾਰਗ ਤੇ ਚੱਲ ਰਹੇ ਹੈ ਅਤੇ ਆਪਣੀ ਜਿਹੜੀ ਸੱਚੀ ਸੁੱਚੀ ਕਮਾਈ ਕਰਕੇ ਆਪਣੀ ਜਿਹੜਾ ਗੁਜ਼ਾਰਾ ਉਹ ਚਲਾ ਰਹੇ ਹੈ। ਪਰ ਉਮੀਦ ਇਹ ਹੀ ਸੀਗੀ ਸਾਰੇ ਹੀ ਪੰਜਾਬ ਵਾਸੀਆਂ ਨੂੰ ਅਤੇ ਦਿੱਲੀ ਵਾਸੀਆਂ ਨੂੰ ਕਿ ਸਾਨੂੰ ਇਨਸਾਫ ਮਿਲੂਗਾ, ਪਰ ਅਸੀਂ ਵੀ ਇਸ ਗੱਲ ਤੋਂ ਬਹੁਤ ਸਮਝਦੇ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਸੀ, ਬਟ ਉਮੀਦ ਨਹੀਂ ਆ। ਫਿਰ ਵੀ ਕੋਈ ਮੈਂ ਵਾਰ-ਵਾਰ ਉਹੀ ਗੱਲ ਕਹਿ ਰਿਹਾ ਕਿ ਉਮੀਦ ਨਹੀਂ ਹੈ। ਅਸੀਂ ਮੌਜੂਦ ਹਾਂ ਇੱਕ ਹੋਰ ਸੰਗਤ ਨਾਲ। ਮੈਂ ਤੁਹਾਡਾ ਨਾਮ ਪੁੱਛਣਾ ਚਾਹਾਂਗੀ। ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਿੰਘ ਜੀ, ਜਦ ਅਸੀਂ 1984 ਬਾਰੇ ਯਾਦ ਕਰਦੇ ਹਾਂ ਤੇ ਸਾਡੀ ਰੂਹ ਕੰਬ ਜਾਂਦੀ ਹੈ, ਤੁਹਾਨੂੰ ਕੀ ਯਾਦ ਆਉਂਦਾ ਹੈ ਉਸ ਸਮੇਂ ਦੀ ਯਾਦ ਕਰਕੇ? ਉਸ ਟਾਈਮ ਦੇ ਵਿੱਚ ਜੋ ਸਾਡੇ ਨਾਲ ਹੋਇਆ, ਐਕਚੁਅਲੀ ਜਿਵੇਂ ਬੱਚਿਆਂ ਦਾ ਕਤਲੇਆਮ, ਹੋਰ ਸੰਗਤ ਦੇ ਨਾਲ ਕਿੰਨਾ ਕੁਝ ਹੋਇਆ। ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ, ਉਹਨਾਂ ਦੇ ਨਾਲ ਕਿੰਨੀ ਬੇਇਨਸਾਫੀ। ਅੱਜ ਦੇ ਟਾਈਮ ਦੇ ਵਿੱਚ ਵੀ ਉਹਨਾਂ ਨੂੰ ਕਿਹਾ ਜਾਂਦਾ ਵੀ ਆਤੰਕਵਾਦੀ, ਅੱਤਵਾਦ ਫੈਲਾਇਆ ਹੋ ਰਿਹਾ, ਪਰ ਉਹਨਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ, ਕਿੰਨੀ ਸੰਗਤ ਦਾ ਭਲਾ ਕੀਤਾ, ਜੋ ਕਿ ਨਾ ਭੁੱਲਣ ਯੋਗ ਹੈਗੀਆਂ ਨੇਗੀਆਂ, ਜੋ ਕਿ ਸਾਡੇ ਸਿੱਖ ਪੰਥ ਦੇ ਵਿੱਚ ਬਹੁਤ ਵੱਡੀਆਂ ਕੁਰਬਾਨੀਆਂ ਜੋ ਕਿ ਅਣਗਿਣਤ ਹੈ, ਜਿਨ੍ਹਾਂ ਨੂੰ ਅਜੇ ਤੱਕ ਇਤਿਹਾਸ ਦੇ ਵਿੱਚ ਨਹੀਂ ਲਿਖਿਆ ਗਿਆ।
ਤੇ ਉਹ ਹਜੇ ਤੱਕ ਸਾਨੂੰ ਨਹੀਂ ਪਤਾ ਹੈਗੀਆਂ ਵੀ ਕਿੰਨੀਆਂ ਕੁਰਬਾਨੀਆਂ, ਕਈ ਸ਼ਹੀਦਾਂ ਦੇ ਨਾਮ ਨਹੀਂ ਸਾਨੂੰ ਪਤਾ ਹੈਗੇ, ਕਈ ਬੱਚੇ ਸ਼ਹੀਦ ਹੋਏ, ਹੋਰ ਸਿੰਘ ਸ਼ਹੀਦ ਹੋਏ ਜਿਨ੍ਹਾਂ ਦੇ ਬਾਰੇ ਅਜੇ ਤੱਕ ਕੁਝ ਵੀ ਇਤਿਹਾਸ ਦੇ ਵਿੱਚ ਨਹੀਂ ਪਤਾ ਚੱਲਿਆ। ਸੋ ਅਸੀਂ ਉਹ ਸਮੇਂ ਨੂੰ ਉਸ ਚੀਜ਼ ਨੂੰ ਨਹੀਂ ਭੁੱਲ ਸਕਦੇ ਹੈਗੇ ਤੇ ਮਹਾਰਾਜ ਦੀ ਬੜੀ ਕਿਰਪਾ ਵੀ ਸਾਨੂੰ ਗੁਰਸਿੱਖੀ ਜੀਵਨ ਹੈ ਨਾ ਮਿਲਿਆ ਉਹਦੇ ਵਿੱਚ। ਤੇ ਪਰ ਉਹ ਇੱਕ ਭੁੱਲਣਯੋਗ ਹੈ, ਹਜੇ ਤੱਕ ਵੀ ਸਰਕਾਰਾਂ ਦੇ ਵਿੱਚ ਵੀ ਇਦਾਂ ਦਾ ਕੁਝ ਬਹੁਤ ਹੋ ਰਿਹਾ ਹੈਗਾ, ਨਾ ਕਿ ਸਰਕਾਰਾਂ ਵੱਲੋਂ ਕੋਈ ਇਦਾਂ ਦਾ ਐਕਸ਼ਨ ਲਿੱਤਾ ਗਿਆ, ਨਾ ਕੋਈ ਕਿਸੇ ਨੇ ਹੈਲਪ ਕਿਸੇ ਤਰ੍ਹਾਂ ਦੀ ਕਰੀ। ਅੱਜ ਵੀ ਉਹ ਚੀਜ਼ਾਂ ਐਵੇਂ ਤੜਫੀਆਂ। ਸਿੱਖੀ ਜੋ ਸਾਡਾ ਹੈ ਸੋਮਾ, ਸਾਨੂੰ ਮਹਾਰਾਜ ਨੇ ਜੋ ਗੁਣ ਬਖਸ਼ੇ, ਜੋ ਚੀਜ਼ਾਂ ਸਾਨੂੰ ਬਖਸ਼ੀਆਂ, ਉਹਨਾਂ ਦਾ ਅਸੀਂ ਅਜੇ ਵੀ ਦੇਣ ਨਹੀਂ ਦੇ ਸਕਦੇ ਹੈਗੇ ਤੇ ਕਾਫੀ ਅਸੀਂ ਅਜੇ ਵੀ ਛਿੜੇ ਹੋਏ ਹਾਂ। ਜਾਣੀ ਕਿ ਪ੍ਰਚਾਰ ਵੀ ਬਹੁਤ ਜ਼ਿਆਦਾ ਹੋ ਰਿਹਾ ਹੈਗਾ ਇਸ ਚੀਜ਼ ਦਾ, ਸਿੱਖੀ ਦੇ ਉੱਤੇ ਕਾਫੀ ਪ੍ਰਚਾਰ ਹੈ ਤੇ ਪ੍ਰਚਾਰ ਦੇ ਉੱਤੇ ਬਟ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਲੋੜ ਹੈ ਵੀ ਅਸੀਂ ਗੁਰੂ ਦੇ ਜਿਹੜੇ ਪੂਰਨੇ ਪਾਏ ਹੋਏ ਨੇ ਉਹਨਾਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ। ਬਾਕੀ ਜਿੰਨੇ ਸਾਡੇ ਸਿੰਘਾਂ ਨੇ, ਸ਼ਹੀਦਾਂ ਨੇ ਜੋ ਕੁਰਬਾਨੀਆਂ ਕੀਤੀਆਂ, ਅਸੀਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰੀਏ, ਹੈ ਨਾ। ਤੇ ਜਿੰਨਾ ਮਹਾਰਾਜ ਨੇ ਸਾਨੂੰ ਜਾਣੀ ਕਿ ਸੁਮਤ ਬਖਸ਼ੀ ਹੈ ਉਸ ਦੇ ਮੁਤਾਬਕ ਅਸੀਂ ਚੱਲਣ ਦੀ ਕੋਸ਼ਿਸ਼ ਕਰੀਏ। ਪਰ ਅੱਜ ਕੱਲ੍ਹ ਦੇ ਸਮੇਂ ਵਿੱਚ ਨੌਜਵਾਨ ਜੋ ਪੀੜ੍ਹੀ ਹੈ ਉਹ ਅੱਜ ਕੱਲ੍ਹ ਦਾ ਆਪਾਂ ਮਾਹੌਲ ਦੇਖ ਰਿਹਾ ਜਿੱਦਾਂ ਕਿ ਪੰਜਾਬ ਦਾ, ਉਹ ਪੀੜ੍ਹੀ ਅੱਜ ਨਸ਼ਿਆਂ ਦੇ ਵੱਲ ਜ਼ਿਆਦਾ ਵੱਧਦੀ ਜਾ ਰਹੀ ਹੈ। ਪੰਜਾਬ ਦੇ ਵਿੱਚ ਨਸ਼ੇ ਬਹੁਤ ਜ਼ਿਆਦਾ ਹੋ ਗਏ ਆ, ਨੌਜਵਾਨ ਜਿਹੜੇ ਜਾ ਰਹੇ ਨਸ਼ਿਆਂ ਦੇ ਵੱਲ ਤੁਰਦੇ ਜਾ ਰਹੇ ਨੇ ਅੱਜ ਕੱਲ੍ਹ। ਤੇ ਉਹਦੇ ਵਿੱਚ ਵੀ ਇੱਕ ਸਾਨੂੰ ਚਾਹੀਦਾ ਹੈ ਕਿ ਸਾਰੀ ਪਬਲਿਕ, ਸਾਰੀ ਸਾਧ ਸੰਗਤ ਇਹਦੇ ਵਿੱਚ ਜੁੜੇ ਹੈ ਨਾ, ਨਸ਼ਿਆਂ ਦੇ ਲਈ ਵੀ ਕੁਝ ਕੀਤਾ ਜਾਵੇ ਤੇ ਨਾਲ ਉਹਨਾਂ ਦੀਆਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਵੇ। ਛੋਟੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਹੋਈਆਂ, ਕਿੰਨੀਆਂ ਕੁਰਬਾਨੀਆਂ ਜੋ ਕਿ ਅੱਜ ਕੱਲ੍ਹ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਵੀ ਕੀ ਕੁਰਬਾਨੀਆਂ ਨੇ, ਕੀ ਸ਼ਹੀਦੀਆਂ ਹੋਈਆਂ ਨੇ, ਕਿੱਦਾਂ ਕੁਝ ਹੋਇਆ। ਸਾਡੇ ਇਤਿਹਾਸ ਦੇ ਬਾਰੇ ਹਜੇ ਤੱਕ ਵੀ ਲੋਕਾਂ ਨੂੰ ਨਹੀਂ ਜਾਣਕਾਰੀ ਹੈਗੀ ਤੇ ਉਹਦੇ ਵਿੱਚ ਪ੍ਰਚਾਰ ਹੈ ਪਰ ਕਿਤੇ ਨਾ ਕਿਤੇ ਫਿਰ ਵੀ ਪ੍ਰਚਾਰ ਦੇ ਵਿੱਚ ਹਜੇ ਵੀ ਕਮੀ ਹੈ। ਉਹ ਕਮੀ ਇਹੀ ਹੈ ਵੀ ਸਾਡੀ ਸੰਗਤ ਵੱਲੋਂ ਕਮੀ ਹੈ ਕਿ ਵੀ ਅਸੀਂ ਉਹਨਾਂ ਦੇ ਮਹਾਰਾਜ ਨੂੰ ਮੰਨਦੇ ਤਾਂ ਹੈ ਪਰ ਉਹਨਾਂ ਦੇ ਉੱਤੇ ਅਸੀਂ ਚੱਲਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਕੋਸ਼ਿਸ਼ ਕਰਕੇ ਯਾਨੀ ਕਿ ਪੂਰ ਨਹੀਂ ਉਤਰਿਆ ਜਾਂਦਾ ਉਹਦੇ ਉੱਤੇ। ਤੇ ਸਾਨੂੰ ਇਹ ਚਾਹੀਦਾ ਵੀ ਨੌਜਵਾਨਾਂ ਨੂੰ ਜੁੜਨਾ ਚਾਹੀਦਾ। ਕੋਈ ਵੀ ਸੰਸਥਾਵਾਂ ਬਣੀਆਂ ਹੋਈਆਂ ਨੇ ਅੱਜ ਕੱਲ੍ਹ, ਸੰਸਥਾਵਾਂ ਨੂੰ ਚਾਹੀਦਾ ਕਿ ਬੱਚਿਆਂ ਨੂੰ ਥੋੜ੍ਹਾ ਜਿਹਾ ਪ੍ਰੇਰਿਤ ਕੀਤਾ ਜਾਵੇ ਇਹਦੇ ਬਾਰੇ, ਹੋਰ ਸ਼ਲਾਘਾਯੋਗ ਕਦਮ ਚੁੱਕੇ ਜਾਣ ਜਿਹਦੇ ਕਰਕੇ ਸਾਡੇ ਨੌਜਵਾਨਾਂ ਨੂੰ ਇਸ ਦੇ ਬਾਰੇ ਸੇਧ ਮਿਲੇ, ਪਤਾ ਚੱਲੇ ਵੀ ਗੁਰਸਿੱਖੀ ਦੇ ਵਿੱਚ ਕੀ ਕੀ ਹੋਇਆ। 1984 ਦੇ ਵਿੱਚ ਆਪਾਂ ਯਾਦ ਕਰੀਏ ਸਾਰੀਆਂ ਕੁਰਬਾਨੀਆਂ ਦੇ ਵਿੱਚ ਹਰਿਮੰਦਰ ਸਾਹਿਬ 'ਤੇ ਕਿੱਦਾਂ ਦੇ ਅਟੈਕ ਹੋਏ, ਕਿੱਦਾਂ ਕੁਝ ਹੋਇਆ, ਸਾਰਾ ਕੁਝ ਉਹ ਚੀਜ਼ਾਂ ਸਾਨੂੰ ਯਾਦ ਕਰਨੀਆਂ ਚਾਹੀਦੀਆਂ ਨੇਗੀਆਂ। ਪਰ ਮੈਂ ਕਹਿੰਦਾ ਵੀ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਜ਼ਿਆਦਾ ਜ਼ਰੂਰਤ ਹੈ ਇਸ ਚੀਜ਼ ਦੀ, ਤਾਂ ਬੱਚਿਆਂ ਨੂੰ ਇਸ ਦੇ ਬਾਰੇ ਥੋੜ੍ਹਾ ਜਿਹਾ ਜਾਗਰੂਕ ਕੀਤਾ ਜਾਵੇ। ਕੁਛ ਇੱਦਾਂ ਦੀਆਂ ਹੁਣ ਅੱਜ ਕੱਲ੍ਹ ਵੈਸੇ ਜਿੱਦਾਂ ਕਿ 4 ਸਾਹਿਬਜ਼ਾਦੇ ਆਪਣੀ ਮੂਵੀ ਆਈ, ਉੱਦਾਂ ਦੇ ਕੁਛ ਇੱਦਾਂ ਦੇ ਹੋਰ ਪ੍ਰੋਜੈਕਟ ਲੈ ਕੇ ਆਏ ਜਾਣ ਅਤੇ ਕੁਛ ਸੰਗਤਾਂ ਦੇ ਵਿੱਚ ਨਾਲ ਵਧੀਆ ਸਹਿਯੋਗ ਕਰਨ ਤਾਂ ਕਿ ਬੱਚਿਆਂ ਨੂੰ ਇਸ ਦੇ ਵੱਲ ਪ੍ਰੇਰਿਤ ਕੀਤਾ ਜਾਵੇ ਅਤੇ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾਵੇ, ਦੱਸਿਆ ਜਾਵੇ ਇਤਿਹਾਸ ਦੇ ਬਾਰੇ। ਤੇ ਬਸ ਮੈਂ ਨਹੀਂ ਥੋੜਾ ਜਿਹਾ। ਤੁਹਾਨੂੰ ਕੀ ਲੱਗਦਾ ਕਿ ਇਹ 1984 ਦੇ ਜੋ ਜਿੰਨਾ ਸਿੱਖ ਕਤਲੇਆਮ ਹੋਇਆ ਦਿੱਲੀ ਦੇ ਵਿੱਚ, ਇਹਦਾ ਮੇਨ ਰੀਜ਼ਨ ਕੀ ਸੀ? ਇਹਨਾਂ ਦਾ ਮੇਨ ਰੀਜ਼ਨ ਤਾਂ ਮੈਮ ਇੱਕ ਆਪਾਂ ਸਿਆਸਤੀ ਆਪਾਂ ਕਰ ਸਕਦੇ ਹਾਂ ਵੀ ਜਿਵੇਂ ਸਿਆਸਤੀ ਲੋਕਾਂ ਦਾ ਥੋੜ੍ਹਾ ਜਿਹਾ ਪ੍ਰਚਾਰ ਸੀ ਜਿੰਨਾ ਉਹਨਾਂ ਨੇ ਕਰਿਆ ਹੈ ਨਾ, ਅਟੈਕ ਕਰਵਾਏ ਪੋਲੀਟੀਕਲ ਲੋਕਾਂ ਦਾ ਹੈ ਨਾ ਸਾਰਾ। ਬਟ ਉਹਦੇ ਵਿੱਚ ਪੋਲੀਟੀਕਲ ਲੋਕਾਂ ਦੇ ਵਿੱਚ ਇਹ ਹੁੰਦਾ ਵੀ ਆਮ ਜਨਤਾ ਮਾਰੀ ਜਾਂਦੀ ਹੈ ਨਾ, ਉਹਨਾਂ ਦਾ ਇੱਕ ਇਹੀ ਸੀਗਾ ਨਿਮਾਦਾ। ਪੋਲੀਟੀਕਲ ਲੋਕਾਂ ਨੇ ਸਾਰੀ ਸਾਜ਼ਿਸ਼ ਰਚੀ ਜਿਹਦੇ ਨਾਲ ਅਟੈਕ ਹੋਇਆ, ਇੰਨੀ ਸਾਨੂੰ ਕੁਰਬਾਨੀਆਂ ਦਾ ਯਾਨੀ ਕਿ ਸਾਹਮਣਾ ਕਰਨਾ ਪਿਆ। ਬੜੀ मूवीज़ भी आई हैं, नॉवल्स भी आई हैं, हर एक सेक्शन जो सोसाइटी का सेक्शन है, चाहे वो सिख होवे या मुस्लिम होवे या बंगाली होवे, वो अगे आया, उन्हें मूवीज़ बनाई, उसे सोशल चीज़ जो विक्टिम्स नाल होया जिन्हों ने ये सब फील किया, फेस किया, उन्होंने दर्शाया। नॉवल्स से इतिहास भी लिखा गया, पर इन्हां सारे उपरालियां दे बाद भी किसी नाल कुछ कोई स्टैप नहीं लिया गया, किसी नू जस्टिस नहीं दी गई। तो तुसी इहदे बारे च की कहना चाहोगे? मैम मैं ਉਹੀ ਗੱਲ ਕਰ ਰਿਹਾ ਸੀਗਾ ਕਿ ਆਪਣੇ ਹਜੇ ਵੀ ਫੇਰ ਵੀ ਜਾਗਰੂਕਤਾ ਦੀ ਕਮੀ ਹੈ ਉਸ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਦੇ ਕੁਛ ਇੱਦਾਂ ਦੇ ਕਲਚਰਲ ਦੇ ਵਿੱਚ ਆਪਣੇ ਕੁਛ ਇੱਦਾਂ ਦੇ ਗੀਤ ਲਗਾ ਲਓ, ਕੁਛ ਇੱਦਾਂ ਦੀਆਂ ਹੋਰ ਮੂਵੀਜ਼ ਲਗਾ ਲਓ ਜਿਨ੍ਹਾਂ ਦੇ ਉੱਤੇ ਨੌਜਵਾਨ ਪੀੜ੍ਹੀ ਦੇ ਉੱਤੇ ਬਹੁਤ ਜ਼ਿਆਦਾ ਇਸ ਦਾ ਅਸਰ ਪੈ ਰਿਹਾ, ਪ੍ਰਭਾਵ ਪੈ ਰਿਹਾ ਹੈਗਾ। ਅਤੇ ਨੌਜਵਾਨ ਪੀੜ੍ਹੀ ਨੂੰ ਹੀ ਸਾਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇ ਕਿ ਨੌਜਵਾਨ ਪੀੜ੍ਹੀ ਜਿੰਨਾ ਸਾਡੇ ਨਾਲ ਜੁੜੇਗੀ ਉਹਨਾਂ ਨੂੰ ਜਾਗਰੂਕ ਕੀਤਾ ਜਾਏਗਾ। ਅੱਜ ਕੱਲ੍ਹ ਦੇ ਹੁਣ ਮੇਰੇ ਖਿਆਲ ਦੇ ਵਿੱਚ ਜੋ ਛੋਟੇ ਬੱਚੇ ਨੇਗੇ ਉਹਨਾਂ ਨੂੰ ਅੱਜ ਆਪਣੇ 10 ਗੁਰੂ ਸਾਹਿਬਾਨਾਂ ਦੇ ਨਾਮ ਤੱਕ ਨਹੀਂ ਪਤਾ ਹੋਏਗੇ ਅਤੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਗੁਰਬਾਣੀ ਕਿੱਥੇ ਹੈ, ਕਿਸ ਟਾਈਪ ਦਾ ਆਪਣੇ ਕਰਨਾ ਹੈਗਾ।
ਤੇ ਉਸ ਦੇ ਬਾਰੇ ਆਪਾਂ ਨੂੰ ਬਹੁਤ ਜ਼ਿਆਦਾ ਕੋਸ਼ਿਸ਼ ਕਰਨੀ ਚਾਹੀਦੀ ਕਿ ਨੌਜਵਾਨ ਪੀੜ੍ਹੀ ਨੂੰ ਪਹਿਲਾਂ ਇਸ ਦੇ ਨਾਲ ਜੋੜਿਆ ਜਾਵੇ, ਜਾਗਰੂਕ ਕਰਾਇਆ ਜਾਵੇ, ਉਹਨਾਂ ਨੂੰ ਪ੍ਰੋਪਰ ਇਤਿਹਾਸ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜੋ ਗੁਰਸਿੱਖੀ ਸਾਨੂੰ ਮਿਲੀ ਹੈ ਅਸੀਂ ਉਹਨੂੰ ਸੰਭਾਲਣ ਜੋਗੇ ਹੋਈਏ। ਐਜ਼ ਅ ਹਿਊਮਨ ਤੁਹਾਨੂੰ ਕੀ ਲੱਗਦਾ ਹੈ ਇਹ ਸਭ ਸਹੀ ਸੀ? ਪੋਲੀਟੀਕਲ ਡਿਸਟਰਬੈਂਸ ਦੀ ਵਜ੍ਹਾ ਤੋਂ ਹਿਊਮਨ ਲਾਸ ਹੋਇਆ। ਐਜ਼ ਅ ਹਿਊਮਨ ਤੁਹਾਡੇ ਕੀ ਵਿਊਜ਼ ਨੇ? ਐਜ਼ ਏ ਹਿਊਮਨ ਤਾਂ ਜਿੱਦਾਂ ਕਿ ਮਹਾਰਾਜ ਨੇ ਉਹਨੇ ਕਿਹਾ ਮਾਨਸ ਕੀ ਜਾਤ ਸਭੇ ਕੇ ਪਹਿਚਾਨੋ, ਤੇ ਪਹਿਲਾਂ ਤਾਂ ਮਹਾਰਾਜ ਨੇ ਮਾਨਸ ਨੂੰ ਆਪਾਂ ਨੇ ਕਿਹਾ ਵੀ ਇੱਕ ਪਹਿਲਾਂ ਤਾਂ ਬੰਦੇ ਨੂੰ ਇਨਸਾਨ ਬਣਨਾ ਚਾਹੀਦਾ। ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਚੰਗੇ ਇਨਸਾਨ ਬਣ ਸਕਦੇ ਹਾਂ, ਉਸ ਤੋਂ ਬਾਅਦ ਧਰਮ ਤਾਂ ਬਾਅਦ ਦੇ ਵਿੱਚ ਹੈ ਕਿਉਂਕਿ ਮਹਾਰਾਜ ਨੇ ਵੀ ਪਹਿਲਾਂ 5 ਪਿਆਰਿਆਂ ਦੀ ਸਾਜਨਾ ਕੀਤੀ। ਉਸ ਦੇ ਵਿੱਚ ਵੀ ਮਹਾਰਾਜ ਨੇ ਪਹਿਲਾਂ ਦਇਆ ਸਿੰਘ ਨੂੰ ਲੈ ਕੇ ਆਏ ਤੇ ਉਹਨਾਂ ਦੇ ਵਿੱਚ ਵੀ ਪਹਿਲਾਂ ਮਹਾਰਾਜ ਨੇ ਕਿਹਾ ਸੀਗਾ ਵੀ ਸਾਡੇ ਪੰਥ ਦੇ ਵਿੱਚ ਸਭ ਤੋਂ ਪਹਿਲਾਂ ਦਇਆ ਆਉਣੀ ਚਾਹੀਦੀ ਹੈ। ਜੇ ਇਨਸਾਨ ਦੇ ਮਨ ਦੇ ਵਿੱਚ ਦਇਆ ਨਹੀਂ ਹੈਗੀ ਤਾਂ ਉਹ ਮੇਰੇ ਖਿਆਲ ਦੇ ਵਿੱਚ ਇਨਸਾਨ ਨਹੀਂ ਹੈਗਾ। ਸਾਡੇ ਪਹਿਲਾਂ ਸਾਰੇ ਦੇ ਮਨਾਂ ਦੇ ਵਿੱਚ ਦਇਆ ਹੋਣੀ ਚਾਹੀਦੀ ਹੈਗੀ। ਦਇਆ ਦੇ ਨਾਲ ਹੀ ਇੱਕ ਇਨਸਾਨ ਬਣਦਾ। ਦਇਆ ਜਦ ਤੁਹਾਡੇ ਵਿੱਚ ਆ ਜਾਂਦੀ ਹੈ ਫਿਰ ਤੁਸੀਂ ਇੱਕ ਧਾਰਮਿਕ ਇਨਸਾਨ ਬਣ ਸਕਦੇ ਹੋ। ਤਾਂ ਹੀ ਫਿਰ ਮਹਾਰਾਜ ਨੇ ਉਸ ਤੋਂ ਬਾਅਦ ਦੂਸਰੇ ਪਿਆਰਿਆਂ ਨੂੰ ਸਾਜਿਆ, ਧਰਮ ਸਿੰਘ ਨੂੰ ਲੈ ਕੇ ਆਏ ਵਿੱਚ, ਤਾਂ ਕਿ ਉਸ ਤੋਂ ਬਾਅਦ ਪਹਿਲਾਂ ਇਨਸਾਨ ਦੇ ਮਨ 'ਚ ਦਇਆ, ਫਿਰ ਉਸ ਤੋਂ ਬਾਅਦ ਧਰਮ ਹੈਗਾ। ਆਪਾਂ ਕੋਈ ਵੀ ਧਰਮ ਹੈ ਪਹਿਲਾਂ ਦਇਆ ਦੇ ਨਾਲ ਹੀ ਬਣਦੇ ਆ। ਪਹਿਲਾਂ ਇਨਸਾਨ ਨੂੰ ਪਹਿਲਾਂ ਬਣਨਾ ਚਾਹੀਦਾ ਕਿ ਇੱਕ ਧਾਰਮਿਕ ਬੰਦਾ ਬਣੇ, ਉਹਦਾ ਧਰਮ ਹੋਵੇ, ਉਹਦੇ ਮਨ ਦੇ ਵਿੱਚ ਦਇਆ ਹੋਊਗੀ। ਜਿਸ ਮਨ ਦੇ ਇਨਸਾਨ ਦੇ ਮਨ ਦੇ ਵਿੱਚ ਜਾਣੀ ਕਿ ਦਇਆ, ਉਹੀ ਬੰਦਾ ਧਾਰਮਿਕ ਬਣ ਸਕਦਾ, ਉਹੀ ਮਨੁੱਖਤਾ ਹੈ, ਉਹੀ ਮਾਨਸਿਕ। ਸਾਡੇ ਨਾਲ ਸੰਗਤ ਹੈ, ਕੀ ਨਾਂ ਹੈ ਤੁਹਾਡਾ? ਮੇਰਾ ਹਰਸ਼ ਸਿੰਘ ਹੈ ਜੀ ਨਾਮ। ਮੈਂ ਦਿੱਲੀ 'ਚ ਹੀ ਰਹਿਣਾ ਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ। 1984 ਦਿੱਲੀ ਦੀ ਸਿੱਖ ਹਿਸਟਰੀ ਦੇ ਵਿੱਚ ਇੱਕ ਕਾਲਾ ਦਾਗ ਮੰਨਿਆ ਜਾਂਦਾ ਹੈ। ਇਸ ਨੂੰ ਯਾਦ ਕਰਕੇ ਅੱਜ ਵੀ ਰੂਹ ਕੰਬ ਜਾਂਦੀ ਹੈ। ਇੰਨਾ ਕੁਝ ਹੋਇਆ, ਫੈਮਲੀਜ਼ ਨੇ ਆਪਣੇ ਬੱਚੇ ਖੋਏ, ਬੱਚਿਆਂ ਨੇ ਆਪਣੀ ਫੈਮਲੀ ਖੋਈ, ਬੜਾ ਕੁਝ ਹੋਇਆ ਜਿਨ੍ਹਾਂ ਨੂੰ ਅਸੀਂ ਡਿਸਕ੍ਰਾਈਬ ਵੀ ਨਹੀਂ ਕਰ ਸਕਦੇ ਹਾਂ। ਤੁਹਾਨੂੰ ਕੀ ਲੱਗਦਾ ਹੈ 33 ਸਾਲ ਬੀਤ ਚੁੱਕੇ ਨੇ, ਉਹ ਘਾਵ ਭਰ ਚੁੱਕੇ ਨੇ, ਉਹਨਾਂ ਨੂੰ ਜਸਟਿਸ ਮਿਲ ਚੁੱਕੀ ਹੈ? ਮੈਂ ਬੜਾ ਹੀ ਹੈਰਾਨ ਹਾਂ ਇਸ ਗੱਲ ਕੁਐਸਚਨ। ਅੱਜ ਤੱਕ ਇਸ ਕੁਐਸਚਨ ਦਾ ਆਨਸਰ ਨਾ ਸਾਡੇ ਕੋਲ ਹੈ, ਨਾ ਸਾਡੇ ਜਿਹੜੇ ਆਗੂ ਨੇ ਪੰਥ ਦੇ, ਨਾ ਉਹਨਾਂ ਕੋਲ ਹੈ, ਨਾ ਦਿੱਲੀ ਦੀ ਸੰਗਤ ਕੋਲ ਹੈ, ਨਾ ਉਸ ਸੰਗਤ ਕੋਲ ਹੈ ਜਿਸ ਸੰਗਤ ਦੇ ਨਾਲ, ਜਿਸ ਪਰਿਵਾਰ ਦੇ ਨਾਲ ਇਹ ਵਾਪਰਾ ਜਿਹੜਾ ਬੀਤਿਆ ਉਹਨਾਂ ਨਾਲ। ਉਹਨਾਂ ਕੋਲ ਵੀ ਇਸ ਚੀਜ਼ ਦਾ ਆਨਸਰ ਹਜੇ ਤੱਕ ਨਹੀਂ ਹੈ ਕਿ ਹਜੇ ਤੱਕ ਅਸੀਂ ਸਾਨੂੰ ਕਿਸੇ ਚੀਜ਼ ਤੇ ਨਾ ਕੋਈ ਵੀ। ਮੈਨੂੰ ਹੁਣ ਲੱਗਦਾ ਕਿ ਇਹ ਸਿਰਫ ਇੱਕ ਰਾਜਨੀਤਿਕ ਪਾਰਟੀਆਂ ਵਾਸਤੇ ਇੱਕ ਮੁੱਦਾ ਰਹਿ ਗਿਆ ਹੈ। ਜਦ ਵੀ 1984 ਦੀ ਡੇਟਾ ਲਾਗੇ ਆਉਂਦੀਆਂ ਨੇ, ਉਹ ਆਪਣੀ ਰਾਜਨੀਤਿਕ ਪਾਰਟੀਆਂ ਉਹਨਾਂ ਨੂੰ ਆਪਣੀ ਇਸ ਮੁੱਦਿਆਂ ਨੂੰ ਜਾਣਬੁੱਝ ਕੇ ਚੁੱਕਦੀਆਂ ਨੇ ਤਾਂ ਕਰਕੇ ਸਿੱਖਾਂ ਦੀ ਸਹਾਨੂਭੂਤੀ ਕੁਝ ਲੈ ਸਕਣ। ਉਹ ਪ੍ਰੈਕਟੀਕਲੀ ਇਹਦੇ ਤੇ ਅੱਜ ਤੱਕ ਕਿਸੇ ਨੇ ਨਾ ਕੁਝ ਵੀ ਇਹਦੇ ਤੇ ਪ੍ਰੈਕਟੀਕਲੀ ਕੁਝ ਨਹੀਂ ਹੋਇਆ ਅੱਜ ਤੱਕ। ਸਿੱਖ ਸੰਗਤ ਦੀ ਘਾਹ ਨੂੰ ਖੁਰੇਦਿਆ ਜਾਂਦਾ ਹੈ, ਉਹਨਾਂ ਦੀ ਸਹਾਨੂਭੂਤੀ ਲਈ ਜਾਂਦੀ ਹੈ ਆਪਣੀ ਪੋਲੀਟੀਕਲ ਬੈਨੀਫਿਟਸ ਪਿੱਛੇ। ਤੁਹਾਨੂੰ ਕੀ ਲੱਗਦਾ ਹੈ ਇਹ ਸਭ ਸਹੀ ਹੈ ਤੇ ਇਹ ਕਿੰਨਾ ਅੱਗੇ ਜਾਏਗਾ? देखो जी, सही तो नहीं है, लेकिन अगे जान की गल है कि मैं कहूँगा कि साड़ी सिख संगत भी भोली है और शांत है। वो भी एक इनू जनून दे नाल इस चीज़ नू अगे तक नहीं खिंचती क्योंकि मैं खुद हैरान हाँ कि 84 के जोड़े मुजरिम सी जिन्हों ने यह सारा कुछ कराया, बहुत सारे लोगों को सबूत होने के बावजूद अज तक कोई भी पार्टी पॉलिटिकली, भावें बीजेपी होए, भावें आम आदमी की पार्टी होए, मैं बड़े बड़े इन्होंने पोस्टर देखे कि इन्होंने एक स्पैशली इन्होंने एक टीम बनाई है, अरविंद केजरीवाल जी ने भी। उस तो बाद भी कोई प्रैक्टिकली रिजल्ट जिन्होंने कहेंगे कि कोई वो CBI की जांच कुछ निकल के आया हो कि गवाह सामने खड़े ने, उस तो बावजूद असी कुछ नहीं अज तक कर पाए है। बहुत वड्डी साडी हार है और हुण तो लगता है कि सिर्फ रब नूं असीं अरदास कर सकते हैं कि जिन्हां ने भी यह सारी चीज़ां साडी सिक्खी नाल कीतियां ने, सिक्खां नाल दिल्ली च कीतियां ने, रब उन्होंने सज़ा देगा। इधर दी कोई राजनीतिक पार्टी या कोई कानून, कोई जज मैनूं नहीं लगता कोई सज़ा दे पाएगा किसी। ਇਹ ਸੀ ਸਾਡਾ ਛੋਟਾ ਜਿਹਾ ਉਪਰਾਲਾ ਦਿੱਲੀ ਦੀ ਸਿੱਖ ਸੰਗਤ ਦੇ ਨਾਲ ਗੱਲਬਾਤ ਕਰਨ ਦਾ। ਆਪਣਾ ਫੀਡਬੈਕ ਦੇਣਾ ਨਾ ਭੁੱਲਿਓ। ਅਗਲੇ ਹਫਤੇ ਹਾਜ਼ਰ ਹੋਵਾਂਗੇ ਡੇਲੀ ਟਾਕਸ ਦੇ ਵਿੱਚ ਇੱਕ ਨਵਾਂ ਪ੍ਰੋਗਰਾਮ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।